सत श्री अकाल दोस्तों, ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਨਵਰੀ ਮਹੀਨੇ ਦੇ ਕਰੰਟ ਅਫੇਅਰਸ ਤੇ ਸਭ ਤੋਂ ਪਹਿਲਾ ਸੈਕਸ਼ਨ ਜਿਹੜਾ ਅਸੀਂ ਸ਼ੁਰੂ ਕਰਾਂਗੇ ਉਹ ਹੋਵੇਗਾ ਪੋਲਿਟੀ ਦਾ ਸੈਕਸ਼ਨ। ਸੋ ਕਿਹੜੇ ਇਦਾਂ ਦੇ ਇੰਪੋਰਟੈਂਟ ਟੌਪਿਕ ਰਹੇ ਆ ਪੋਲਿਟੀ ਦੇ ਜਿਹੜੇ ਕਿ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ ਉਹਨਾਂ ਨੂੰ ਅਸੀਂ ਕਵਰ ਕਰਾਂਗੇ। ਤਾਂ ਸਭ ਤੋਂ ਪਹਿਲਾ ਟੌਪਿਕ ਆਪਾਂ ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲਾ ਟੌਪਿਕ ਹੈ ਕੁਐਸਚਨ ਆਰ। ਕੁਐਸਚਨ ਆਰ ਹੁੰਦਾ ਕੀ ਆ? ਪਾਰਲੀਮੈਂਟ ਦਾ ਜਦੋਂ ਵੀ ਕੋਈ ਸੈਸ਼ਨ ਹੁੰਦਾ ਹੈ, ਸੈਸ਼ਨ ਦੇ ਜਿੰਨੇ ਵੀ ਡੇਜ਼ ਹੁੰਦੇ ਆ ਤਾਂ ਉਹ ਹਰੇਕ ਡੇ ਦੀ ਆਪਣਾ ਇੱਕ ਟਾਈਮ ਟੇਬਲ ਹੁੰਦਾ ਹੈ। ਤਾਂ ਉਸ ਟਾਈਮ ਟੇਬਲ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ 1 ਘੰਟਾ ਹੁੰਦਾ ਹੈ ਉਹਨੂੰ ਅਸੀਂ ਕੁਐਸਚਨ ਆਰ ਕਹਿੰਦੇ ਆ। ਤੇ ਚਲੋ ਤੁਹਾਨੂੰ ਪਹਿਲਾਂ ਮੈਂ ਦੱਸ ਦਿੰਦਾ ਕਿ ਪਾਰਲੀਮੈਂਟ ਦੇ ਸੈਸ਼ਨ ਕਿੰਨੇ ਹੁੰਦੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਪਾਰਲੀਮੈਂਟ ਦੇ ਵਿੱਚ 3 ਸੈਸ਼ਨ ਹੁੰਦੇ ਆ। ਪਹਿਲਾ ਸੈਸ਼ਨ ਹੁੰਦਾ ਹੈ ਬਜਟ ਸੈਸ਼ਨ, ਜਿਹੜਾ ਕਿ ਸਭ ਤੋਂ ਲੰਬਾ ਸੈਸ਼ਨ ਹੁੰਦਾ ਹੈ, ਠੀਕ ਹੈ। ਤੇ ਇਸ ਸੈਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਆਪਣਾ ਜਿਹੜਾ ਫਾਈਨਾਂਸ ਮਿਨਿਸਟਰ ਹੈ ਉਹ ਬਜਟ ਨੂੰ ਪ੍ਰੈਜ਼ੈਂਟ ਕਰਦਾ ਹੈ। ਦੂਜਾ ਸੈਸ਼ਨ ਹੁੰਦਾ ਹੈ ਮੌਨਸੂਨ ਸੈਸ਼ਨ। ਮੌਨਸੂਨ ਸੈਸ਼ਨ ਸ਼ੁਰੂ ਹੁੰਦਾ ਹੈ ਜੁਲਾਈ ਤੋਂ ਸਤੰਬਰ ਦੇ ਵਿਚਕਾਰ। ਤਾਂ ਇਹ ਸੈਸ਼ਨ ਦੇ ਵਿੱਚ ਕੀ ਹੁੰਦਾ ਹੈ, ਇੰਪੋਰਟੈਂਟ ਪਬਲਿਕ ਮੈਟਰਸ ਆ ਜਿਹੜੇ ਉਹਨਾਂ ਦੇ ਉੱਤੇ ਡਿਸਕਸ਼ਨ ਹੁੰਦੀ ਆ। ਤੇ ਤੀਜਾ ਸੈਸ਼ਨ ਹੈ ਸਾਡੇ ਕੋਲੇ ਵਿੰਟਰ ਸੈਸ਼ਨ। ਤੇ ਵਿੰਟਰ ਸੈਸ਼ਨ ਕਦੋਂ ਹੁੰਦਾ ਹੈ? ਦਸੰਬਰ ਟੂ ਜਨਵਰੀ। ਇਹ ਕਿਹੜਾ ਸਭ ਤੋਂ ਛੋਟਾ ਸੈਸ਼ਨ ਮੰਨਿਆ ਜਾਂਦਾ ਹੈ ਇਹਨੂੰ। ਤੇ ਇਹ 3 ਸੈਸ਼ਨ ਹੈ ਸਾਡੇ ਪਾਰਲੀਮੈਂਟ ਦੇ। ਸਾਡੇ ਕਨਸਟੀਟਿਊਸ਼ਨ 'ਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿੰਨੇ ਸੈਸ਼ਨ ਹੋਣੇ ਚਾਹੀਦੇ ਆ, ਬਟ ਹਾਂ ਇਹ ਜ਼ਰੂਰ ਲਿਖਿਆ ਹੋਇਆ ਹੈ ਕਿ ਸਾਡੇ ਕੋਈ ਵੀ 2 ਸੈਸ਼ਨ ਆ ਜਿਹੜੇ ਉਹਨਾਂ ਦੇ ਵਿੱਚ ਮੈਕਸਿਮਮ ਗੈਪ ਹੈ ਜਿਹੜਾ ਉਹ 6 ਮਹੀਨਿਆਂ ਦਾ ਹੋ ਸਕਦਾ, ਉਸ ਤੋਂ ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ। ਸੋ ਇਹ ਪਾਰਲੀਮੈਂਟ ਦੀ ਡਿਸਕ੍ਰਿਸ਼ਨ ਆ, ਉਹ ਕਿੰਨੇ ਸੈਸ਼ਨ ਕਰਵਾਉਣਾ ਚਾਹੁੰਦੇ ਆ ਕਿੰਨੇ ਨਹੀਂ ਕਰਵਾਉਣਾ ਚਾਹੁੰਦੇ। ਚਲੋ ਆਪਾਂ ਆਉਂਦੇ ਹਾਂ ਕੁਐਸਚਨ ਆਰ ਦੇ ਉੱਤੇ। ਜਦੋਂ ਮੌਨਸੂਨ ਸੈਸ਼ਨ ਸੀਗਾ ਲਾਸਟ ਟਾਈਮ ਤਾਂ ਉਸ ਟਾਈਮ ਦੇ ਉੱਤੇ ਕੁਐਸਚਨ ਆਰ ਰੱਦ ਕਰ ਦਿੱਤਾ ਗਿਆ ਸੀਗਾ। ਤੇ ਇਸ ਵਾਰੀ ਕੁਐਸਚਨ ਆਰ ਦੇ ਉੱਤੇ ਬਹੁਤ ਜ਼ਿਆਦਾ ਡਿਬੇਟ ਹੋ ਰਹੀ ਸੀ ਕਿ ਇਸ ਵਾਰੀ ਕੁਐਸਚਨ ਆਰ ਹੋਵੇਗਾ ਵਿੰਟਰ ਸੈਸ਼ਨ ਦੇ ਵਿੱਚ ਜਾਂ ਨਹੀਂ ਹੋਵੇਗਾ ਜਾਂ ਬਜਟ ਸੈਸ਼ਨ ਦੇ ਵਿੱਚ। ਤਾਂ ਪਾਰਲੀਮੈਂਟ ਦੇ ਵਿੱਚ ਹੁਣ ਕਲੀਅਰ ਹੋ ਚੁੱਕਿਆ ਕਿ ਇਹ ਕੁਐਸਚਨ ਆਰ ਹੋਵੇਗਾ। ਤਾਂ ਆਪਾਂ ਨੇ ਇਸ ਬਾਰੇ ਪੜ੍ਹਨਾ ਹੈ ਕਿ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਕੁਐਸਚਨ ਆਰ ਹੁੰਦਾ ਕੀ ਹੈ। ਮੈਂ ਤੁਹਾਨੂੰ ਇੱਕ ਵਾਰੀ ਪਾਰਲੀਮੈਂਟ ਦਾ ਕੰਪਲੀਟ ਜਿਹੜਾ ਪੂਰੇ ਡੇ ਦੀ ਪ੍ਰੋਸੀਡਿੰਗਸ ਹੁੰਦੀ ਹੈ ਮੈਂ ਤੁਹਾਨੂੰ ਉਹ ਵੀ ਇੱਕ ਵਾਰੀ ਕਲੀਅਰਲੀ ਦਿਖਾ ਦਿੰਦਾ ਤਾਂ ਕਿ ਤੁਹਾਨੂੰ ਨੌਲੇਜ ਹੋਵੇ ਕਿ ਪਾਰਲੀਮੈਂਟ ਦੇ ਵਿੱਚ ਕਿਵੇਂ ਪੂਰਾ ਡੇ ਕਿਵੇਂ ਵਰਕ ਹੁੰਦਾ ਹੈ। सो फाइल ओपन हो रही है, जस्ट अ सेकंड। जस्ट वेट अ सेकंड, फाइल होगी ओपन फाइल। तो आ तुसी देख सकते हो कि किमें पार्लीमेंट दे विच पूरे डे की प्रोसीडिंग चलती है। सब तो पहला आर 11 तो 12 बजे का टाइम है जोड़ा वो होंदा है क्वेश्चन आर। हुण आई थिंक तुहानूं क्लीयर हो गया होगा कि क्वेश्चन आर की होंदा है। तो उस तो बाद 12 तो 1 बजे का टाइम है जोड़ा उसदे विच की होंदा है 0 आर। दैन लंच टाइम होंदा है 1 तो 2 बजे का। दैन उस तो बाद गवर्नमेंट बिजनेस मतलब कि जो लैजिसलेटिव बिजनेस आ लॉ मेकिंग का प्रोसीजर है वो शुरू हो जाता है शाम के दोपहर के 2 बजे तो लेके शाम के 6 बजे तक लोक सभा बैठती है। तो दोपहर के 2 तो शाम के 5 बजे तक राज्य सभा बैठती है। सो आई थिंक तुहानूं हुण क्लीयर हो चुकिया होगा कि असीं किस चीज़ के बारे गल कर रहे हैं, क्वेश्चन आर हुंदा की है। चलो हुण आ जाने असीं अपने क्वेश्चन आर की बहुत ही जिहड़ी डिटेल सानूं नोन होनी चाहिए है उहदे बारे गल करते हैं कि क्वेश्चन आर की होंदा है। फस्ट आवर ऑफ एवरी पार्लीमेंट सिटिंग इज टर्म्ड एज क्वेश्चन आर। पहला 1 घंटा हरेक पार्लीमेंटरी सिटिंग का। तो उस तो बाद एक कित्थे लिखिया होया मैंशन किया होया रूल्स ऑफ प्रोसीजर। ये इंपॉर्टेंट पॉइंट है, हमेशा याद रखियो कि क्वेश्चन आर मैंशन किया होया है रूल्स ऑफ प्रोसीजर दे विच। दैन उस तो बाद हुंदा की है क्वेश्चन आर, इस दे विच कोई भी मैंबर पार्लीमेंट का क्वेश्चन पुट कर सकता है मिनिस्टर्स नूं। ईवन कि प्राइवेट मैंबरस नूं भी पुट कर सकता है। प्राइवेट मैंबरस वो होंदे आ जिहड़े कि मिनिस्टर नहीं आ, बाकी सारे MP एक्सैप्ट मिनिस्टर्स क्या होंदे ने प्राइवेट मैंबरस। कोई भी बंदा क्वेश्चन पुट कर सकता है तो उन्होंने ऑरली भी जवाब दे सकता है या वो बंदा उसनूं रिटन जवाब दे सकता है जिसनों ये क्वेश्चन पूछा गया है। ये डिपेंड करता है। सो क्वेश्चन आर किवें हुंदा है तो इसदी तुहानूं नॉलेज मिल चुकी है। तो इस दे विच एक एक्सैप्शन आ जाती है, जिवें अपने स्कूल दे विच गेम्स पीरियड हुंदा सीगा सब दा फेवरेट, उदा ही तुसीं समझ लो कि क्वेश्चन आर भी है एक तरह का पार्लीमेंट का एक पीरीयड है। ऐदा ही जिवें अपने गेम्स पीरीयड डेली नहीं हुंदा सीगा, उस तरह क्वेश्चन आर भी कुछ ऐदा दे 2 दिन ने जिन्हां दे विच क्वेश्चन आर नहीं रखा जाता। वो 2 दिन किहड़े ने ये तुसीं याद रखना है। जदों भी प्रेजिडेंट एड्रैस करता है MPs नूं, दोनों हाउस के MPs नूं कलैक्टिवली एड्रैस करता है सेंट्रल हॉल दे विच, उस दिन क्वेश्चन आर नहीं रखा जाता। तो दूजा इदां दा किहड़ा दिन है? दूजा दिन है जिस दिन बजट पेश कराया जाता है। जिस दिन फाइनांस मिनिस्टर बजट पेश करता है उस दिन भी क्वेश्चन आर नहीं रखा जाता। सो ये 2 एक्सैप्शनस आ जिहड़ियां ये इंपॉर्टेंट है, इन्हां नूं तुसीं याद रखियो। तो चलो ये हो गया तुहाडा क्वेश्चन आर। आपां अगले टॉपिक ते मूव करते हैं। अगला इंपॉर्टेंट टॉपिक है जिहड़ा वो है इंपीचमेंट ऑफ प्रेजिडेंट इन USA। USA ਦੇ ਵਿੱਚ जनवरी के महीने ਦੇ ਵਿੱਚ ਕੀ ਹੋਇਆ कि प्रेजिडेंट डोनाल्ड ट्रंप के उत्ते इल्ज़ाम लगे
ਇਨਸਾਈਟਮੈਂਟ ਆਫ ਇਨਸਰੈਕਸ਼ਨ ਦੇ ਦੰਗਾ ਭੜਕਾਉਣ ਦੇ ਇਲਜ਼ਾਮ ਲੱਗੇ। ਕੈਪੀਟਲ ਦੇ ਉੱਤੇ ਅਟੈਕ ਹੋਇਆ ਸੀਗਾ, ਉਸ ਚੀਜ਼ ਨੂੰ ਲੈ ਕੇ ਇਹ ਕਿਆਸ ਲਗਾਇਆ ਜਾ ਰਿਹਾ ਸੀਗਾ ਕਿ ਇਹ ਸਭ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਸ਼ਹਿ ਦੇ ਉੱਤੇ ਹੋਇਆ ਹੈ। ਸੋ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਤੇ ਉਹਨਾਂ ਨੂੰ ਇੰਪੀਚ ਕਰਨੇ ਦਾ ਪ੍ਰੋਸੀਜਰ ਸ਼ੁਰੂ ਹੋ ਗਿਆ। ਇੰਪੀਚਮੈਂਟ ਵਰਡ ਦਾ ਮਤਲਬ ਹੁੰਦਾ ਹੈ ਰਿਮੂਵਲ ਆਫ ਪ੍ਰੈਜ਼ੀਡੈਂਟ, ਕਿਸੇ ਪ੍ਰੈਜ਼ੀਡੈਂਟ ਨੂੰ ਉਸਦੇ ਅਹੁਦੇ ਤੋਂ ਹਟਾਉਣਾ, ਉਸ ਨੂੰ ਇੰਪੀਚਮੈਂਟ ਵਰਡ ਕਹਿੰਦੇ ਆ ਆਪਾਂ, ਠੀਕ ਹੈ। ਤੇ ਸਾਡੇ ਲਈ ਇਹ ਚੀਜ਼ ਇੰਪੋਰਟੈਂਟ ਨਹੀਂ ਹੈ ਕਿ USA ਦਾ ਪ੍ਰੈਜ਼ੀਡੈਂਟ ਕਿਵੇਂ ਰਿਮੂਵ ਕੀਤਾ ਜਾਂਦਾ ਹੈ, ਸਾਡੇ ਲਈ ਇੰਪੋਰਟੈਂਟ ਇਹ ਹੋ ਜਾਂਦਾ ਹੈ ਕਿ ਸਾਡੇ ਇੰਡੀਆ ਦਾ ਪ੍ਰੈਜ਼ੀਡੈਂਟ ਕਿਵੇਂ ਰਿਮੂਵ ਕੀਤਾ ਜਾਂਦਾ ਹੈ, ਠੀਕ ਹੈ। ਤੇ ਤੁਹਾਨੂੰ ਇਹ ਬਸ ਇਹ ਪਤਾ ਹੋਣਾ ਚਾਹੀਦਾ ਕਿ ਕਿਹੜਾ USA ਦਾ ਪ੍ਰੈਜ਼ੀਡੈਂਟ ਸੀਗਾ ਜਿਹਨੂੰ ਇੰਪੀਚ ਕਰਨ ਦੇ ਲਈ ਪ੍ਰੋਸੀਜਰ ਸ਼ੁਰੂ ਹੋਇਆ। ਇਹ ਵੀ ਯਾਦ ਰੱਖਿਓ ਕਿ ਇਹ ਇੰਪੀਚਮੈਂਟ ਪ੍ਰੋਸੀਜਰ ਸੈਕਿੰਡ ਟਾਈਮ ਸ਼ੁਰੂ ਹੋਇਆ। ਡੋਨਲਡ ਟਰੰਪ ਨੂੰ 2 ਵਾਰ ਟਰਾਈ ਕੀਤਾ ਗਿਆ ਇੰਪੀਚ ਕਰਨ ਦੇ ਲਈ। ਸੋ ਆਪਾਂ ਹੁਣ ਡਿਸਕਸ ਕਰਾਂਗੇ ਕਿ ਇੰਡੀਅਨ ਪ੍ਰੈਜ਼ੀਡੈਂਟ ਨੂੰ ਕਿਵੇਂ ਇੰਪੀਚ ਕਰਿਆ ਜਾਂਦਾ, ਉਸ ਦਾ ਪ੍ਰੋਸੀਜਰ ਸਾਨੂੰ ਆਉਣਾ ਚਾਹੀਦਾ ਹੈ। ਪਾਰਲੀਮੈਂਟ ਦੇ ਵਿੱਚ 2 ਹਾਊਸ ਹੁੰਦੇ ਆ, ਤੁਹਾਨੂੰ ਸਭ ਨੂੰ ਪਤਾ ਹੈ, ਠੀਕ ਹੈ। ਇੱਕ ਹਾਊਸ ਹੁੰਦਾ ਹੈ ਲੋਕ ਸਭਾ, ਇੱਕ ਹਾਊਸ ਹੁੰਦਾ ਹੈ ਰਾਜ ਸਭਾ। ਸੋ ਕਿਸੇ ਵੀ ਇੱਕ ਹਾਊਸ ਦੇ ਵਿੱਚ ਇਹ ਪ੍ਰੋਸੀਡਿੰਗ ਸ਼ੁਰੂ ਹੋ ਸਕਦੀ ਹੈ। ਜਿਹੜੇ ਵੀ ਹਾਊਸ ਦੇ ਵਿੱਚ ਇਹ ਪ੍ਰੋਸੀਡਿੰਗ ਸ਼ੁਰੂ ਹੋਊਗੀ, ਉਸ ਹਾਊਸ ਦੇ ਵਿੱਚ 1/4 ਆਫ ਦਾ ਮੈਂਬਰਸ ਆਫ ਦਾ ਹਾਊਸ ਸ਼ੁੱਡ ਸਪੋਰਟ ਇਟ। ਉਹਨਾਂ ਨੂੰ ਸਾਈਨ ਕਰਨਾ ਪੈਣਾ ਪਹਿਲਾਂ ਕਿ ਹਾਂ 1/4 ਬੰਦੇ ਅਸੀਂ ਇਸ ਦੇ ਹੱਕ 'ਚ ਹੈ ਕਿ ਪ੍ਰੈਜ਼ੀਡੈਂਟ ਨੂੰ ਇੰਪੀਚ ਕਰਿਆ ਜਾਵੇ। ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਸੇ ਹਾਊਸ ਵੱਲੋਂ 14 ਦਿਨ ਦਾ ਨੋਟਿਸ ਦਿੱਤਾ ਜਾਂਦਾ ਹੈ ਪ੍ਰੈਜ਼ੀਡੈਂਟ ਨੂੰ ਕਿ ਤੁਹਾਡੇ ਖਿਲਾਫ ਇਨਕੁਆਇਰੀ ਜਾਂ ਤੁਹਾਡੇ ਖਿਲਾਫ ਇੰਪੀਚਮੈਂਟ ਦਾ ਪ੍ਰੋਸੀਜਰ ਸ਼ੁਰੂ ਹੋ ਚੁੱਕਿਆ ਹੈ। ਆਫਟਰ ਦੈਟ ਵੋਟਿੰਗ ਕੀਤੀ ਜਾਂਦੀ ਹੈ ਇਹਨਾਂ ਚਾਰਜਿਸ ਦੇ ਉੱਤੇ। ਜੇ ਇਹ ਚਾਰਜਿਸ 2/3 ਵੋਟਸ ਦੇ ਨਾਲ ਪਾਸ ਹੋ ਜਾਂਦੇ ਆ ਉਸ ਹਾਊਸ ਦੇ ਵਿੱਚ, ਮਤਲਬ ਕਿ 66% ਤੋਂ ਜ਼ਿਆਦਾ ਵੋਟਾਂ ਪੈ ਜਾਂਦੀਆਂ ਹੈ ਕਿ ਹਾਂ ਇੰਪੀਚ ਕੀਤਾ ਜਾਵੇ, ਤਾਂ ਇਹ ਪ੍ਰੋਸੀਡਿੰਗ ਆ ਜਿਹੜੀ ਇਹ ਫਿਰ ਦੂਜੇ ਹਾਊਸ ਨੂੰ ਚਲੇ ਜਾਂਦੀ ਆ। ਦੂਜਾ ਹਾਊਸ ਕੰਮ ਕਰਦਾ ਹੈ ਇਨਵੈਸਟੀਗੇਟਿੰਗ ਹਾਊਸ, ਐਜ਼ ਐਨ ਇਨਵੈਸਟੀਗੇਟਿੰਗ ਬਾਡੀ। ਉਸ ਹਾਊਸ ਦੇ ਵਿੱਚ ਇਹਨਾਂ ਚਾਰਜਿਸ ਦੇ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਕਿ ਜਿਹੜੇ ਚਾਰਜਿਸ ਲੱਗੇ ਨੇ ਕੀ ਇਹ ਸਹੀ ਨੇ। ਤੇ ਜੇ ਦੂਜੇ ਹਾਊਸ ਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਰਿਪੋਰਟ ਆਉਂਦੀ ਆ ਉਹ 2/3 ਵੋਟਸ ਦੇ ਨਾਲ ਪਾਸ ਹੋ ਜਾਵੇ, 66% ਤੋਂ ਜ਼ਿਆਦਾ ਵੋਟ ਉਹਦੇ ਉੱਤੇ ਪੈ ਜਾਵੇ, ਤਾਂ ਪ੍ਰੈਜ਼ੀਡੈਂਟ ਕੀ ਹੁੰਦਾ ਹੈ ਆਪਣੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ। ਪ੍ਰੈਜ਼ੀਡੈਂਟ ਸਟੈਂਡਸ ਇੰਪੀਚਡ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਪ੍ਰੈਜ਼ੀਡੈਂਟ ਇਜ਼ ਰਿਮੂਵਡ, ਠੀਕ ਹੈ। ਆਈ ਥਿੰਕ ਤੁਹਾਨੂੰ ਇਹ ਸਾਰਾ ਪ੍ਰੋਸੀਜਰ ਸਮਝ ਆ ਗਿਆ ਹੋਵੇਗਾ। ਤੇ ਇਹ ਸਾਰੀ ਚੀਜ਼ ਇਹਦੇ ਪ੍ਰੋਸੀਜਰ ਦਾ ਮੈਥਡ ਲਿਖਿਆ ਕਿੱਥੇ ਹੋਇਆ ਹੈ? ਸਾਡੇ ਸੰਵਿਧਾਨ ਦੇ ਵਿੱਚ, ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 61 ਦੇ ਵਿੱਚ ਸਾਰਾ ਕੁਝ ਮੈਂਸ਼ਨ ਹੈ। 61 ਆਰਟੀਕਲ, ਇਹ ਇੰਪੋਰਟੈਂਟ ਪੁਆਇੰਟ ਹੈ, ਯਾਦ ਰੱਖਿਓ। ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਵਿਚ ਆਫ ਦਾ ਫੋਲੋਇੰਗ ਆਰਟੀਕਲ ਟਾਕਸ ਅਬਾਊਟ ਦਾ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ, ਕਿਉਂਕਿ ਪ੍ਰੈਜ਼ੀਡੈਂਟ ਨਿਊਜ਼ ਦੇ ਵਿੱਚ ਰਿਹਾ ਹੈ। ਸੋ ਇਹ ਚੀਜ਼ ਯਾਦ ਰੱਖਿਓ। ਪ੍ਰੈਜ਼ੀਡੈਂਟ ਦਾ ਟੌਪਿਕ ਹੈ ਜਿਹੜਾ, ਇਸ ਦੇ ਉੱਤੇ ਬਹੁਤ ਜ਼ਿਆਦਾ ਨਿਊਜ਼ ਰਹੀ ਹੈ ਪਿਛਲੇ ਕੁਝ 6 ਮਹੀਨਿਆਂ ਦੇ ਵਿੱਚ। ਸੋ ਪ੍ਰੈਜ਼ੀਡੈਂਟ ਇੰਪੋਰਟੈਂਟ ਹੈ, ਤੁਹਾਨੂੰ ਹਰੇਕ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਪ੍ਰੈਜ਼ੀਡੈਂਟ ਨਾਲ ਰਿਲੇਟਡ। ਸੋ ਆਈ ਥਿੰਕ ਤੁਹਾਨੂੰ ਇਹ ਟੌਪਿਕ ਕਲੀਅਰ ਹੈ। ਚਲੋ ਆਪਾਂ ਮੂਵ ਕਰਦੇ ਹਾਂ ਇਸ ਤੋਂ ਅਗਲੇ ਟੌਪਿਕ ਦੇ ਉੱਤੇ। ਸਾਡਾ ਨੈਕਸਟ ਇੰਪੋਰਟੈਂਟ ਟੌਪਿਕ ਹੈ ਬਜਟ ਸੈਸ਼ਨ। ਆਪਾਂ ਹੁਣੇ ਪਿੱਛੇ ਡਿਸਕਸ ਕਰਕੇ ਹਟੇ ਹਾਂ ਕਿ ਤਿੰਨ ਸੈਸ਼ਨ ਹੁੰਦੇ ਆ ਪਾਰਲੀਮੈਂਟ ਦੇ, ਬਜਟ ਸੈਸ਼ਨ, ਮੌਨਸੂਨ ਸੈਸ਼ਨ, ਦੈਨ ਵਿੰਟਰ ਸੈਸ਼ਨ। ਬਜਟ ਸੈਸ਼ਨ ਸ਼ੁਰੂ ਹੁੰਦਾ ਹੈ ਜਨਵਰੀ ਦੇ ਵਿੱਚ ਤੇ ਖਤਮ ਹੁੰਦਾ ਹੈ ਅਪ੍ਰੈਲ ਦੇ ਵਿੱਚ, ਸਭ ਤੋਂ ਲੰਬਾ ਸੈਸ਼ਨ ਹੁੰਦਾ ਹੈ। ਸੋ ਇਸ ਵਾਰ ਦਾ ਜਿਹੜਾ ਬਜਟ ਸੈਸ਼ਨ ਆ ਉਹਨੂੰ ਸਾਡੀ ਗਵਰਨਮੈਂਟ ਨੇ ਬਹੁਤ ਹੀ ਕੋਵਿਡ-19 ਦੇ ਸਟ੍ਰਿਕਟ ਮੈਜਰਸ ਦੇ ਅੰਡਰ ਕੰਡਕਟ ਕਰਵਾਉਣ ਦਾ ਡਿਸੀਜਨ ਲਿਆ ਹੈ। ਸੋ ਬਜਟ ਦਾ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਕੀ ਆ? ਬਜਟ ਦਾ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਆਰਟੀਕਲ 85। ਆਰਟੀਕਲ ਬਜਟ ਸੈਸ਼ਨ ਦਾ ਆਰਟੀਕਲ 85 ਦੇ ਵਿੱਚ ਇੰਨਾ ਕੁ ਮੈਂਸ਼ਨ ਕੀਤਾ ਹੋਇਆ ਹੈ ਕਿ ਸਾਡੇ ਪਾਰਲੀਮੈਂਟ ਦੇ ਵਿੱਚ ਕੋਈ ਵੀ 2 ਸੈਸ਼ਨਾਂ ਦੇ ਵਿੱਚ 6 ਮਹੀਨਿਆਂ ਤੋਂ ਜ਼ਿਆਦਾ ਦਾ ਟਾਈਮ ਪੀਰੀਅਡ ਨਹੀਂ ਹੋ ਸਕਦਾ, ਜਿਹੜੀ ਚੀਜ਼ ਕਿ ਮੈਂ ਪਹਿਲਾਂ ਵੀ ਡਿਸਕਸ ਕੀਤੀ ਹੈ। ਸੋ ਆਪਣੇ ਕਨਸਟੀਟਿਊਸ਼ਨ 'ਚ ਕਿਤੇ ਵੀ ਇਹ ਮੈਂਸ਼ਨ ਨਹੀਂ ਕੀਤਾ ਗਿਆ ਕਿ ਕਿੰਨੇ ਟੋਟਲ ਸੈਸ਼ਨ ਹੋਣੇ ਚਾਹੀਦੇ ਆ ਜਾਂ ਕਿੰਨੇ ਦਿਨ ਲਈ ਪਾਰਲੀਮੈਂਟ ਬੈਠੂਗੀ। ਸਿਰਫ ਇਹੀ ਲਿਖਿਆ ਗਿਆ ਹੈ ਕਿ 2 ਸੈਸ਼ਨਾਂ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਦਾ ਗੈਪ ਨਹੀਂ ਹੋਣਾ ਚਾਹੀਦਾ। ਚਲੋ, ਤੇ ਬਜਟ ਸੈਸ਼ਨ ਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਹੁੰਦੀ ਹੈ ਪ੍ਰੈਜ਼ੀਡੈਂਟਸ ਐਡਰੈਸ। ਗਵਰਨਮੈਂਟ ਆਪਣੇ ਪਿਛਲੇ 1 ਸਾਲ ਦੀ ਸਾਰੀ ਕਾਰਗੁਜ਼ਾਰੀ ਤੇ ਅਗਲੇ 1 ਸਾਲ ਦਾ ਜੋ ਵੀ ਪਲਾਨ ਹੈ ਉਹ ਪ੍ਰੈਜ਼ੀਡੈਂਟ ਦੇ ਇੱਕ ਸਪੀਚ ਤਿਆਰ ਕਰਦੀ ਹੈ ਤੇ ਪ੍ਰੈਜ਼ੀਡੈਂਟ ਉਹ ਸਪੀਚ ਨੂੰ ਪਾਰਲੀਮੈਂਟ ਦੇ ਵਿੱਚ ਐਗਜ਼ੈਕਟਲੀ ਆ ਕੇ ਬੋਲਦੇ ਨੇ, ਵਰਡ ਟੂ ਵਰਡ ਸਪੀਚ ਬੋਲਣੀ ਪੈਂਦੀ ਹੈ ਉਹਨਾਂ ਨੂੰ। ਤੇ ਇਸ ਦੇ ਵਿੱਚ ਹੁੰਦਾ ਕੀ ਹੈ ਕਿ ਇਹ ਆਰਟੀਕਲ 87 ਕਲੌਜ਼ 1 ਦੇ ਅੰਡਰ ਲਿਖਿਆ ਹੋਇਆ ਹੈ ਕਿ ਐਟ ਦਾ ਕਮੈਂਸਮੈਂਟ ਆਫ ਫਸਟ ਸੈਸ਼ਨ after each general election to the House of People and at the commencement of first session of each year the President shall address both houses of Parliament assembled together। मतलब कि ਇਲੈਕਸ਼ਨਾਂ ਤੋਂ ਬਾਅਦ ਵੀ ਜਿਹੜਾ ਪਹਿਲਾ ਸੈਸ਼ਨ ਹੋਊਗਾ ਪ੍ਰੈਜ਼ੀਡੈਂਟ ਐਡਰੈਸ ਕਰੂੰਗਾ ਤੇ ਹਰੇਕ ਸਾਲ ਦਾ ਜਿਹੜਾ ਪਹਿਲਾ ਸੈਸ਼ਨ ਹੈ ਤਾਂ ਉਦੋਂ ਵੀ ਪ੍ਰੈਜ਼ੀਡੈਂਟ ਪਹਿਲਾਂ ਐਡਰੈਸ ਕਰੂੰਗਾ। ਪਹਿਲਾਂ ਕੀ ਹੁੰਦਾ ਸੀਗਾ, ਕਨਸਟੀਟਿਊਸ਼ਨ ਜਦੋਂ ਬਣਿਆ ਸੀਗਾ ਪ੍ਰੈਜ਼ੀਡੈਂਟ ਨੂੰ ਹਰ ਸੈਸ਼ਨ ਤੋਂ ਪਹਿਲਾਂ, ਮਤਲਬ ਕਿ ਜੇ ਬਜਟ ਸੈਸ਼ਨ ਹੈ, ਵਿੰਟਰ ਸੈਸ਼ਨ ਹੈ, ਮੌਨਸੂਨ ਸੈਸ਼ਨ ਹੈ,
ਹਰੇਕ ਸੈਸ਼ਨ ਤੋਂ ਪਹਿਲਾਂ ਐਡਰੈਸ ਕਰਨਾ ਪੈਂਦਾ ਸੀਗਾ, ਲੇਕਿਨ ਹੁਣ ਇਹ ਪ੍ਰੋਵੀਜ਼ਨ ਫਸਟ ਅਮੈਂਡਮੈਂਟ ਐਕਟ ਦੇ ਥਰੂ ਚੇਂਜ ਕਰਤੀ। ਹੁਣ ਸਿਰਫ ਇੰਨਾ ਕੁ ਹੀ ਹੈ ਕਿ ਪ੍ਰੈਜ਼ੀਡੈਂਟ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਪਹਿਲਾ ਸੈਸ਼ਨ ਹੋਊਗਾ ਉਹਦੇ ਵਿੱਚ ਉਹਨੂੰ ਐਡਰੈਸ ਕਰਨਾ ਪਊਗਾ, ਤੇ ਹਰ ਸਾਲ ਜਿਹੜਾ ਸੈਸ਼ਨ ਹੈ ਪਹਿਲਾ ਸੈਸ਼ਨ ਪੂਰੇ ਸਾਲ ਦਾ ਪਹਿਲਾ ਸੈਸ਼ਨ ਤਾਂ ਉਹਦੇ ਵਿੱਚ ਪ੍ਰੈਜ਼ੀਡੈਂਟ ਐਡਰੈਸ ਕਰੂੰਗਾ। ਤਾਂ ਇਹ ਆਈ ਥਿੰਕ ਇਹ ਤੁਹਾਨੂੰ ਕਲੀਅਰ ਹੈ ਕਿ ਪ੍ਰੈਜ਼ੀਡੈਂਟ ਦਾ ਐਡਰੈਸ ਕਿਹਨੂੰ ਕਹਿੰਦੇ ਆ, ਪ੍ਰੈਜ਼ੀਡੈਂਟਸ ਐਡਰੈਸ। ਤੇ ਨੈਕਸਟ ਥਿੰਗ ਹੈ ਮੋਸ਼ਨ ਆਫ ਥੈਂਕਸ। ਜਦੋਂ ਪ੍ਰੈਜ਼ੀਡੈਂਟ ਆਪਣਾ ਐਡਰੈਸ ਕੰਪਲੀਟ ਕਰ ਲੈਂਦੇ ਆ ਉਹਨਾਂ ਦੁਆਰਾ ਦਿੱਤੀ ਗਈ ਸਾਰੀ ਜਾਣਕਾਰੀ ਦੇ ਉੱਤੇ ਕੀ ਹੁੰਦਾ ਹੈ, ਵੋਟਾਂ ਪਾਈਆਂ ਜਾਂਦੀਆਂ ਹੈ ਕਿ ਜੋ ਵੀ ਉਹਨਾਂ ਨੇ ਬੋਲਿਆ ਹੈ ਉਹਦੇ ਉੱਤੇ ਵੋਟਿੰਗ ਕੀਤੀ ਜਾਂਦੀ ਹੈ, ਤੇ ਉਹ ਵੋਟਿੰਗ ਜਿਹੜੀ ਆ ਉਹਦੇ ਉੱਤੇ ਰਿਸਪੌਂਸਿਬਿਲਿਟੀ ਹੁੰਦੀ ਹੈ ਜਿਹੜੀ ਗਵਰਨਮੈਂਟ ਆ, ਜਿਹੜੀ ਪਾਰਟੀ ਗਵਰਨਮੈਂਟ ਦੇ ਵਿੱਚ ਆ, ਉਹਨਾਂ ਨੇ ਉਹਨੂੰ ਪਾਸ ਕਰਵਾਉਣਾ ਹੁੰਦਾ। ਜੇ ਉਹ ਫੇਲ ਹੋ ਜਾਂਦਾ ਹੈ, ਉਹ ਪਾਸ ਨਾ ਹੋਵੇ, ਉਹਦੇ ਵੋਟਿੰਗ ਨਾ ਹੋਵੇ ਉਹਦੇ ਫੇਵਰ ਦੇ ਵਿੱਚ, ਤਾਂ ਗਵਰਨਮੈਂਟ ਵੀ ਕੀ ਹੁੰਦੀ ਆ, ਫਾਲ ਕਰ ਜਾਂਦੀ ਆ। ਤਾਂ ਗਵਰਨਮੈਂਟ ਨੂੰ ਆਪਣਾ ਮੈਜੋਰਿਟੀ ਹੈ ਜਿਹੜੀ ਉਹ ਪ੍ਰੂਵ ਕਰਨੀ ਪੈਂਦੀ ਆ ਦੁਬਾਰਾ। ਸੋ ਆਈ ਥਿੰਕ ਤੁਹਾਨੂੰ ਮੋਸ਼ਨ ਆਫ ਥੈਂਕਸ ਵੀ ਕਲੀਅਰ ਹੈ। ਜੇ ਤੁਹਾਨੂੰ ਪੇਪਰ 'ਚ ਆ ਜਾਵੇ ਮੋਸ਼ਨ ਆਫ ਥੈਂਕਸ ਕੀ ਹੁੰਦਾ ਹੈ, ਤਾਂ ਤੁਸੀਂ ਇਸ ਚੀਜ਼ ਨੂੰ ਹੁਣ ਲਿਖ ਸਕਦੇ ਹੋ ਕਿ ਪ੍ਰੈਜ਼ੀਡੈਂਟ ਦੇ ਐਡਰੈਸ ਨੂੰ ਜਿਹੜਾ ਵੋਟਿੰਗ ਹੁੰਦੀ ਹੈ ਉਹਨੂੰ ਕਹਿੰਦੇ ਆ ਮੋਸ਼ਨ ਆਫ ਥੈਂਕਸ। ਚਲੋ ਨੈਕਸਟ ਟੌਪਿਕ ਹੈ ਜਿਹੜਾ ਉਹ ਹੈ ਸਾਡੇ ਕੋਲੇ ਮਰਸੀ ਪਟੀਸ਼ਨ। ਮਰਸੀ ਪਟੀਸ਼ਨ ਕੀ ਹੁੰਦੀ ਹੈ? ਮਰਸੀ ਦਾ ਮਤਲਬ ਹੁੰਦਾ ਹੈ ਦਇਆ, ਠੀਕ ਹੈ। ਤੇ ਦਇਆ ਦਾ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਇੱਕ ਬਹੁਤ ਬੜਾ ਇੱਕ ਇਹ ਪਾਵਰ ਹੈ ਕਿ ਜਿਹੜਾ ਸਾਡਾ ਪ੍ਰੈਜ਼ੀਡੈਂਟ ਹੈ ਔਰ ਜਿਹੜਾ ਸਾਡਾ ਸਟੇਟ ਦਾ ਗਵਰਨਰ ਹੁੰਦਾ ਹੈ, ਉਹਨਾਂ ਨੂੰ ਕੁਝ ਪਾਵਰਸ ਦਿੱਤੀਆਂ ਗਈਆਂ ਹੈ ਕਿ ਜੇ ਕੋਈ ਬੰਦਾ ਕਨਵਿਕਟ ਹੋ ਗਿਆ ਤੇ ਉਹਦੇ ਉੱਤੇ ਜੇ ਉਹਨੂੰ ਦਇਆ ਦੇ ਆਧਾਰ ਦੇ ਉੱਤੇ, ਤਰਸ ਦੇ ਆਧਾਰ ਦੇ ਉੱਤੇ ਉਹਦੀ ਸਜ਼ਾ ਨੂੰ ਘੱਟ ਵੱਧ ਕਰਨਾ ਜਾਂ ਮਾਫ ਕਰਨਾ, ਤਾਂ ਉਹ ਪਾਵਰਾਂ ਕਿਹਨੂੰ ਦਿੱਤੀਆਂ ਗਈਆਂ ਹੈ? ਪ੍ਰੈਜ਼ੀਡੈਂਟ ਨੂੰ ਦਿੱਤੀਆਂ ਗਈਆਂ ਜਾਂ ਗਵਰਨਰ ਨੂੰ ਦਿੱਤੀਆਂ ਗਈਆਂ। ਸੋ ਇੱਕ ਜਿਹੜਾ ਕਨਵਿਕਟ ਆ ਉਹ ਕੀ ਕਰੂੰਗਾ, ਮਰਸੀ ਪਟੀਸ਼ਨ ਲਿਖੂੰਗਾ ਤੇ ਉਸ ਦੇ ਉੱਤੇ ਫਿਰ ਪ੍ਰੈਜ਼ੀਡੈਂਟ ਜਾਂ ਗਵਰਨਰ ਆਪਣਾ ਡਿਸੀਜਨ ਲੈਣਗੇ। ਸਾਡੇ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਗਿਆ ਹੈ ਕਿ ਮਰਸੀ ਪਟੀਸ਼ਨ ਵਾਲਾ ਕੰਮ ਹੋ ਸਕਦਾ ਹੈ? ਇਹ ਲਿਖਿਆ ਗਿਆ ਹੈ ਆਰਟੀਕਲ 72 ਤੇ ਆਰਟੀਕਲ 161। 72 ਡੀਲ ਕਰਦਾ ਹੈ ਪ੍ਰੈਜ਼ੀਡੈਂਟ ਦੀਆਂ ਪਾਵਰਾਂ ਦੇ ਨਾਲ, 161 ਡੀਲ ਕਰਦਾ ਹੈ ਗਵਰਨਰ ਦੀਆਂ ਪਾਵਰਾਂ ਦੇ ਨਾਲ। ਤੇ ਇਹ 5 ਤਰ੍ਹਾਂ ਦੇ ਇੰਸਟਰੂਮੈਂਟ ਹੈ ਜਿਹੜੇ ਅਸੀਂ ਯੂਜ਼ ਕਰਦੇ ਹਾਂ ਮਰਸੀ ਪਟੀਸ਼ਨ ਦੇ ਵਿੱਚ ਜਾਂ ਪਾਰਡਨਿੰਗ ਦੇ ਵਿੱਚ। ਇਹ ਕਿਹੜੇ 5 ਤਰ੍ਹਾਂ ਦੇ ਇੰਸਟਰੂਮੈਂਟ ਹੈ? ਸਭ ਤੋਂ ਪਹਿਲਾਂ ਇਹ ਪਾਰਡਨ ਦਾ ਮਤਲਬ ਹੁੰਦਾ ਹੈ ਮਾਫ ਕਰ ਦੇਣਾ। ਇਟ ਅਫੈਕਟਸ ਬੋਥ ਦਾ ਪਨਿਸ਼ਮੈਂਟ ਪ੍ਰਿਸਕ੍ਰਾਈਬਡ ਫॉर ਦਾ ਅਫੈਂਸ ਐਂਡ ਗਿਲਟ ਆਫ ਅਫੈਂਡਰ। ਇਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਕੰਪਲੀਟਲੀ ਕਿਸੇ ਦੀ ਸਜ਼ਾ ਨੂੰ ਮਾਫ ਕਰ ਦਿੰਦੇ ਆ, ਉਹਨੂੰ ਕਹਿੰਦੇ ਆ ਪਾਰਡਨ, ਠੀਕ ਹੈ। ਤੇ ਇਹ ਪਾਵਰ ਦੋਨਾਂ ਕੋਲ ਹੀ ਹੈ, ਗਵਰਨਰ ਦੇ ਕੋਲ ਵੀ ਹੈ ਤੇ ਪ੍ਰੈਜ਼ੀਡੈਂਟ ਦੇ ਕੋਲ ਵੀ ਹੈ। ਦੋਨਾਂ ਦੀ ਪਾਵਰ ਦੇ ਵਿੱਚ ਫਰਕ ਕੀ ਹੈ? ਜੇ ਕਿਸੇ ਬੰਦੇ ਨੂੰ ਮੌਤ ਦੀ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਤਾਂ ਉਸ ਚੀਜ਼ ਨੂੰ ਗਵਰਨਰ ਕੀ ਹੈ, ਉਹ ਪਾਰਡਨ ਨਹੀਂ ਕਰ ਸਕਦਾ। ਗਵਰਨਰ ਦੇ ਕੋਲ ਪਾਰਡਨ ਕਰਨੇ ਦੀ ਪਾਵਰ ਨਹੀਂ ਹੈ, ਬਟ ਪ੍ਰੈਜ਼ੀਡੈਂਟ ਉਸ ਚੀਜ਼ ਨੂੰ ਪਾਰਡਨ ਕਰ ਸਕਦਾ ਹੈ। ਇਹ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਕਿ ਡਿਫਰੈਂਸ ਕੀ ਆ ਦੋਨਾਂ ਦਾ। ਦੈਨ ਉਸ ਤੋਂ ਬਾਅਦ ਹੈ ਰਿਪਰੀਵ, ਮੀਨਸ ਅ ਟੈਂਪਰੇਰੀ ਸਸਪੈਂਸ਼ਨ ਆਫ ਪਨਿਸ਼ਮੈਂਟ ਅਵਾਰਡਡ ਬਾਈ ਅ ਕੋਰਟ ਆਫ ਲਾਅ। ਕਿਸੇ ਵੀ ਪਨਿਸ਼ਮੈਂਟ ਨੂੰ ਥੋੜੇ ਟਾਈਮ ਲਈ ਟੈਂਪਰੇਰੀਲੀ ਅਸੀਂ ਕੀ ਕਰਤਾ, ਰੋਕ ਦਿੱਤਾ ਉਸ ਚੀਜ਼ ਨੂੰ ਕਿ ਹਾਂ ਇਹਦੀ ਪਨਿਸ਼ਮੈਂਟ ਨੂੰ ਇੱਥੇ ਹੀ ਰੋਕ ਦਿਓ ਥੋੜੇ ਟਾਈਮ ਲਈ, ਥੋੜੇ ਟਾਈਮ ਬਾਅਦ ਉਹ ਫੇਰ ਦੁਬਾਰਾ ਸ਼ੁਰੂ ਹੋ ਜਾਂਦੀ ਆ, ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ, ਰਿਪਰੀਵ। ਦੈਨ ਉਸ ਤੋਂ ਬਾਅਦ ਆ ਰਿਸਪਾਈਟ। ਰਿਸਪਾਈਟ ਮੀਨਸ ਪੋਸਟਪੋਨਮੈਂਟ ਆਫ ਸੈਂਟੈਂਸ ਆਫ ਪਨਿਸ਼ਮੈਂਟ, ਕਿ ਜਿਹੜਾ ਤੁਹਾਡਾ ਸੈਂਟੈਂਸ ਆ ਉਹਨੂੰ ਪੋਸਟਪੋਨ ਕਰਤਾ, ਕੋ ਹੁਣ ਤੁਹਾਡਾ ਹੁਣ ਨਹੀਂ ਲਾਗੂ ਹੋਊਗਾ, ਥੋੜੇ ਟਾਈਮ ਬਾਅਦ ਲਾਗੂ ਹੋ ਜਾਊਗਾ। ਕੌਮਿਊਟੇਸ਼ਨ ਦਾ ਮਤਲਬ ਹੁੰਦਾ ਹੈ ਇੱਕ ਟਾਈਪ ਦੀ ਸਜ਼ਾ ਨੂੰ ਦੂਜੀ ਟਾਈਪ 'ਚ ਕਨਵਰਟ ਕਰ ਦੇਣਾ, ਕਿਸੇ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਕਨਵਰਟ ਕਰ ਦੇਣਾ, ਤਾਂ ਉਹਨੂੰ ਆਪਾਂ ਕਹਿੰਦੇ ਆ ਕੌਮਿਊਟੇਸ਼ਨ। ਤੇ ਲਾਸਟ ਰੀਮਿਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਸੈਂਟੈਂਸ ਹੈ ਕਿਸੇ ਵੀ ਸਜ਼ਾ ਦਾ, ਮੇਬੀ ਤੁਹਾਨੂੰ 7 ਸਾਲ ਦੀ ਸਜ਼ਾ ਹੋਈ ਹੈ ਤਾਂ ਉਸ ਨੂੰ ਕੱਟ ਕਰਕੇ 4 ਸਾਲ ਦੀ ਕਰ ਦਿੱਤੀ ਜਾਵੇ, ਇਹਨੂੰ ਕਹਿੰਦੇ ਆ ਰੀਮਿਸ਼ਨ। ਸੋ ਆਈ ਥਿੰਕ ਤੁਹਾਨੂੰ ਇਹ ਸਾਰੀ ਟਰਮਸ ਕਲੀਅਰ ਹੋਣਗੀਆਂ, ਪਾਰਡਨ, ਰਿਪਰੀਵ, ਰਿਸਪਾਈਟ, ਕੌਮਿਊਟੇਸ਼ਨ ਐਂਡ ਰੀਮਿਸ਼ਨ। ਇਹਦੇ ਵਿੱਚ ਦੋਨਾਂ ਦੇ ਵਿੱਚ ਕੀ ਫਰਕ ਹੈ ਪ੍ਰੈਜ਼ੀਡੈਂਟ ਦੀਆਂ ਪਾਵਰਾਂ ਔਰ ਗਵਰਨਰ ਦੀਆਂ ਪਾਵਰਾਂ ਦੇ ਵਿੱਚ? ਇਹ ਵੀ ਤੁਹਾਨੂੰ ਕਲੀਅਰ ਹੋਣਾ ਕਿ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਪਾਰਡਨ ਕਰ ਸਕਦਾ ਹੈ ਸਜ਼ਾਏ ਮੌਤ ਨੂੰ ਵੀ, ਪਰ ਗਵਰਨਰ ਸਜ਼ਾਏ ਮੌਤ ਨੂੰ ਪਾਰਡਨ ਨਹੀਂ ਕਰ ਸਕਦਾ। ਦੂਜਾ ਡਿਫਰੈਂਸ ਹੈ ਜਿਹੜਾ ਉਹ ਹੁੰਦਾ ਹੈ ਕਿ ਜੇ ਕੋਰਟ ਮਾਰਸ਼ਲ ਹੁੰਦਾ ਹੈ ਜਿਹੜੇ ਵੀ ਮਿਲਟਰੀ ਕੋਰਟ ਹੁੰਦੇ ਆ ਉਹਨਾਂ ਦੁਆਰਾ ਜੇ ਕੋਈ ਸਜ਼ਾ ਸੁਣਾਈ ਗਈ ਹੈ ਉਹਨੂੰ ਸਿਰਫ ਪ੍ਰੈਜ਼ੀਡੈਂਟ ਹੀ ਮਾਫ ਕਰ ਸਕਦਾ ਹੈ, ਪ੍ਰੈਜ਼ੀਡੈਂਟ ਹੀ ਉਹਦੇ ਉੱਤੇ ਮਰਸੀ ਪਟੀਸ਼ਨ ਤੇ ਫੈਸਲਾ ਲੈ ਸਕਦਾ ਹੈ, ਨਾ ਕਿ ਗਵਰਨਰ। ਸੋ ਇਹ ਚੀਜ਼ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ। ਇਹ ਸੀਗੇ ਸਾਡੇ ਜਿਹੜੇ ਇੰਪੋਰਟੈਂਟ ਟੌਪਿਕ ਸੀਗੇ ਸਾਡੇ ਫਰੋਮ ਦਾ ਪੁਆਇੰਟ ਆਫ ਵਿਊ ਆਫ ਪੋਲਿਟੀ। ਆਪਾਂ ਨੇ ਡਿਸਕਸ ਕੀਤਾ ਹੈ ਕੁਐਸਚਨ ਆਰ, ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਇਨ USA, ਬਜਟ ਸੈਸ਼ਨ, ਮਰਸੀ ਪਟੀਸ਼ਨ। ਦੈਨ ਉਸ ਤੋਂ ਬਾਅਦ ਆਪਾਂ ਹੁਣ ਡਿਸਕਸ ਕਰਾਂਗੇ ਕੁਝ ਇੱਦਾਂ ਦੇ ਟੌਪਿਕ ਜਿਹੜੇ ਕਿ ਆਪਾਂ ਮੰਨਦੇ ਹਾਂ ਕਿ ਫੈਕਚੁਅਲ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ, ਫੈਕਚੁਅਲ ਇਨਫੋਰਮੇਸ਼ਨ ਕਹਿ ਸਕਦੇ ਹਾਂ ਅਸੀਂ ਇਸ ਚੀਜ਼ ਨੂੰ। ਸੋ ਹੁਣ ਅਸੀਂ ਡਿਸਕਸ ਕਰਾਂਗੇ ਪਹਿਲਾ ਇੰਪੋਰਟੈਂਟ ਜਿਹੜਾ ਫੈਕਚੁਅਲ ਇਨਫੋਰਮੇਸ਼ਨ ਦੇ ਵਿੱਚ ਸਾਡੇ ਕੋਲੇ ਟੌਪਿਕ ਹੈ, ਉਹ ਹੈ ਸਾਡੇ ਕੋਲੇ ਮਿਸ਼ਨ ਸਾਗਰ 3।
ਐਕਚੁਅਲੀ ਇੰਡੀਆ ਨੇ ਕੀ ਹਿਊਮੈਨੀਟੇਰੀਅਨ ਅਸਿਸਟੈਂਸ ਪ੍ਰੋਵਾਈਡ ਕਰਦਾ ਹੈ। ਇੰਡੀਆ ਆਪਣੇ ਜਿੰਨੇ ਵੀ ਆਂਢ ਗੁਆਂਢ ਦੇ ਮੁਲਕ ਆ ਉਹਨਾਂ ਸਾਰਿਆਂ ਨੂੰ ਮਦਦ ਕਰਦਾ ਹੈ ਕੋਵਿਡ-19 ਦੇ ਤਹਿਤ ਜਿੰਨੀ ਵੀ ਉਹਨਾਂ ਨੂੰ ਕੋਈ ਰਿਕੁਆਇਰਮੈਂਟ ਹੁੰਦੀ ਹੈ। ਸੋ ਮਿਸ਼ਨ ਸਾਗਰ 3 ਇਸੇ ਸਕੀਮ ਦੇ ਤਹਿਤ ਇੱਕ ਮਿਸ਼ਨ ਤਿਆਰ ਕੀਤਾ ਗਿਆ ਹੈ। ਇਸ ਮਿਸ਼ਨ ਦੇ ਵਿੱਚ ਕੀ ਹੋਇਆ ਕਿ INS ਕਿਲਤਾਨ ਇੰਡੀਅਨ ਨੇਵਲ ਸ਼ਿਪ ਕਿਲਤਾਨ ਨੇ ਕੀ ਕੀਤਾ, ਸਿਹਾਨਕੋਵਿਲ ਪੋਰਟ ਦੇ ਪਹੁੰਚੇ ਕੰਬੋਡੀਆ, ਜਿੱਥੇ ਕਿ ਉਹਨਾਂ ਨੇ 15 ਟਨ ਦਾ ਡਿਜ਼ਾਸਟਰ ਰਿਲੀਫ ਪਹੁੰਚਾਇਆ। ਕੰਬੋਡੀਆ ਦੇ ਵਿੱਚ ਹਾਲ ਹੀ ਦੇ ਵਿੱਚ ਬਹੁਤ ਹੀ ਭਿਆਨਕ ਹੜ੍ਹ ਆਏ ਨੇ, ਜਿਸ ਦੇ ਵਿੱਚ ਕਿ 8 ਲੱਖ ਪੀਪਲ ਆ ਜਿਨ੍ਹਾਂ ਦੇ ਉੱਤੇ ਇੰਪੈਕਟ ਹੋਇਆ ਹੈ ਤੇ 40 ਤੋਂ ਵੱਧ ਲੋਕ ਉੱਥੇ ਮਰੇ ਨੇ। ਸੋ ਉਹਨਾਂ ਦੀ ਅਸਿਸਟੈਂਸ ਦੇ ਲਈ ਅਸੀਂ ਕੀ ਕੀਤਾ ਹੈ ਕਿ ਉਹਨਾਂ ਨੂੰ ਰਿਲੀਫ ਪ੍ਰੋਵਾਈਡ ਕਰਨ ਦੇ ਲਈ ਮਿਸ਼ਨ ਸਾਗਰ 3 ਦੇ ਤਹਿਤ ਉਹਨਾਂ ਨੂੰ 15 ਟਨ ਦਾ ਸਮਾਨ ਜਿਹੜਾ ਡਿਜ਼ਾਸਟਰ ਰਿਲੀਫ ਦਾ ਹੈ ਉਹ ਪਹੁੰਚਾਇਆ ਹੈ। ਸੋ ਇਹ ਚੀਜ਼ ਯਾਦ ਰੱਖਿਓ ਕਿ ਮਿਸ਼ਨ ਸਾਗਰ 3 ਕੀ ਹੈ, ਇੱਕ ਹਿਊਮੈਨੀਟੇਰੀਅਨ ਅਸਿਸਟੈਂਸ ਪ੍ਰੋਵਾਈਡ ਕਰਨ ਦੇ ਲਈ ਆਪਣੇ ਆਂਢ ਗੁਆਂਢ ਦੇ ਮੁਲਕਾਂ ਨੂੰ ਇੰਡੀਆ ਵੱਲੋਂ ਤਿਆਰ ਕੀਤੀ ਗਈ ਇੱਕ ਸਕੀਮ ਹੈ। ਚਲੋ ਉਸ ਤੋਂ ਅਗਲੀ ਚੀਜ਼ ਸਕਾਈਰੋਸ। ਸਕਾਈਰੋਸ ਕੀ ਆ, ਇਹ ਇੱਕ ਜੁਆਇੰਟ ਐਕਸਰਸਾਈਜ਼ ਹੈ। ਜੁਆਇੰਟ ਐਕਸਰਸਾਈਜ਼ ਦਾ ਮਤਲਬ ਹੁੰਦਾ ਹੈ ਕੋਈ ਦੋ ਮੁਲਕ ਜਦੋਂ ਕਿਸੇ ਵੀ ਆਰਮੀ ਦੀ ਜਾਂ ਮਿਲਟਰੀ ਦੀ ਕੋਈ ਵੀ ਐਕਸਰਸਾਈਜ਼ ਕਰਦੇ ਆ ਉਹਨੂੰ ਜੁਆਇੰਟ ਐਕਸਰਸਾਈਜ਼ ਕਹਿ ਦਿੰਦੇ ਆ। ਇਹ ਸਕਾਈਰੋਸ ਐਕਸਰਸਾਈਜ਼ ਆ ਜਿਹੜਾ ਹੈ ਇੰਡੀਆ ਔਰ ਫਰਾਂਸ ਦੇ ਦੋਨੋਂ ਮੁਲਕਾਂ ਨੇ ਇਕੱਠਿਆਂ ਨੇ ਜਿੰਨੇ ਵੀ ਸਾਡੇ ਰਫੇਲ ਜੈਟ ਆ ਉਹਨਾਂ ਦੇ ਉੱਤੇ ਇਕੱਠੇ ਹੋ ਕੇ ਐਕਸਰਸਾਈਜ਼ ਤਿਆਰ ਕੀਤੀ ਹੈ। ਤੇ ਇਹ ਅਮਿਡ ਦਾ ਟੈਨਸ਼ਨਸ ਜਿਹੜੀਆਂ ਸਾਡੀਆਂ ਚਾਈਨਾ ਦੇ ਨਾਲ ਟੈਨਸ਼ਨਸ ਚੱਲ ਰਹੀਆਂ, ਕ੍ਰਾਸ ਬਾਰਡਰ ਟੈਨਸ਼ਨ ਚੱਲ ਰਹੀਆਂ, ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਕਰਿਆ ਜਾ ਰਿਹਾ ਹੈ। ਸੋ ਇਹ ਹੋਇਆ ਕਿੱਥੇ ਹੈ, ਯਾਦ ਰੱਖਿਓ ਜੋਧਪੁਰ ਦੇ ਵਿੱਚ ਹੋ ਰਿਹਾ ਹੈ। ਸਕਾਈਰੋਸ ਯਾਦ ਰਹਿਣਾ ਚਾਹੀਦਾ ਹੈ ਕਿ ਫਰਾਂਸ ਔਰ ਇੰਡੀਆ ਦੇ ਦੋਨਾਂ ਦੀ ਐਕਸਰਸਾਈਜ਼ ਹੈ, ਜੁਆਇੰਟ ਐਕਸਰਸਾਈਜ਼ ਹੈ, ਜਿਹਦੇ ਵਿੱਚ ਕਿ ਰਫੇਲ ਜੈਟਸ ਆ ਜਿਹੜੇ ਰਫੇਲ ਸਾਡੇ ਲੜਾਕੂ ਜਹਾਜ਼ ਨੇ ਉਹ ਹਿੱਸਾ ਲੈਣਗੇ ਤੇ ਹੋਊਗਾ ਕਿੱਥੇ, ਜੋਧਪੁਰ ਦੇ ਵਿੱਚ। ਨੈਕਸਟ ਥਿੰਗ, ਉਸ ਤੋਂ ਅਗਲਾ ਟੌਪਿਕ ਹੈ ਉਮੰਗ। ਉਮੰਗ ਕੀ ਹੈ, ਯੂਨੀਫਾਈਡ ਮੋਬਾਈਲ application for new age governance. Umang was launched in 2017. It aimed to provide 2000 government services on a single platform. ਉਮੰਗ ਇੱਕ ਇੱਦਾਂ ਦੀ ਐਪ ਬਣਾਈ ਗਈ ਹੈ ਸਰਕਾਰ ਵੱਲੋਂ ਜਿਹਦੇ ਉੱਤੇ ਤੁਹਾਨੂੰ 2000 ਤੋਂ ਵੀ ਵੱਧ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਰਵਿਸਿਜ਼ ਆ ਜਿਹੜੀਆਂ ਉਹ ਇੱਕ ਜਗ੍ਹਾ ਦੇ ਉੱਤੇ ਮਿਲ ਜਾਂਦੀਆਂ ਨੇ। ਠੀਕ ਹੈ, ਤੇ ਉਮੰਗ ਕਿਹੜੀ ਮਿਨਿਸਟਰੀ ਦੇ ਵਿੱਚੋਂ ਵੱਲੋਂ ਲਾਂਚ ਕੀਤੀ ਗਈ ਸੀਗੀ, ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ IT। ਠੀਕ ਹੈ, ਇਹ ਯਾਦ ਰੱਖਿਓ ਤੁਸੀਂ। ਉਮੰਗ ਐਪ ਨਿਊਜ਼ ਦੇ ਵਿੱਚ ਹੈ, ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਉਮੰਗ ਕਿਹਨੂੰ, ਉਮੰਗ ਦੀ ਫੁੱਲ ਫਾਰਮ ਕੀ ਆ। ਚਲੋ ਨੈਕਸਟ ਥਿੰਗ ਹੈ ਜਿਹੜਾ ਨੈਕਸਟ ਫੈਕਚੁਅਲ ਇਨਫੋਰਮੇਸ਼ਨ ਆਪਾਂ ਨੇ ਯਾਦ ਰੱਖਣੀ ਆ ਉਹ ਹੈ ਇੱਕ ਕਿਤਾਬ ਦਾ ਨਾਮ ਹੈ ਇਹ ਇੰਡੀਆਜ਼ 71 ਈਅਰ ਟੈਸਟ ਦਾ ਜਰਨੀ ਟੂ ਟਰਾਇੰਫ ਇਨ ਆਸਟ੍ਰੇਲੀਆ। ਹੋਇਆ ਕਿ ਇੰਡੀਆ ਦੀ ਟੀਮ ਆਸਟ੍ਰੇਲੀਆ ਗਈ ਸੀਗੀ, ਇੰਡੀਆ ਨੇ ਉੱਥੇ ਆਸਟ੍ਰੇਲੀਆ ਦੇ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ, ਆਸਟ੍ਰੇਲੀਆ ਨੂੰ ਉਹਨਾਂ ਦੇ ਹੋਮ ਗਰਾਊਂਡ ਦੇ ਉੱਤੇ ਡਿਫੀਟ ਕੀਤਾ। ਸੋ ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਨਿਊਜ਼ 'ਚ ਸੀਗੇ ਇੰਡੀਅਨ ਪਲੇਅਰਸ ਵੀ ਤੇ ਇੰਡੀਆ ਦੀ ਕ੍ਰਿਕਟ ਟੀਮ ਵੀ। ਸੋ ਉਸ ਟਾਈਮ ਦੇ ਦੌਰਾਨ ਹੀ ਇੰਡੀਆ ਦੇ ਇਸ ਜਿੱਤ ਦੇ ਉੱਤੇ ਇੱਕ ਕਿਤਾਬ ਲਿਖੀ ਗਈ ਹੈ ਕਿ ਇੰਡੀਆ ਦੇ ਪੁਰਾਣੇ ਜਿੰਨੇ ਵੀ ਅੱਜ ਤੱਕ 12 ਟੂਰ ਰਹੇ ਆਸਟ੍ਰੇਲੀਆ ਦੇ ਉੱਤੇ ਤਾਂ ਉਹਨਾਂ 12 ਟੂਰਾਂ ਦੀ ਸਾਰੀ ਕਹਾਣੀ ਦੇ ਉੱਤੇ ਕਿਤਾਬ ਲਿਖੀ ਗਈ ਆ। ਇਹ ਕਿਤਾਬ ਲਾਂਚ ਕਿਹਨੇ ਕੀਤੀ ਸੀਗੀ, ਰਵੀ ਸ਼ਾਸਤਰੀ ਨੇ ਲਾਂਚ ਕੀਤੀ ਸੀਗੀ ਜੋ ਕਿ ਇੰਡੀਅਨ ਟੀਮ ਦਾ ਕੋਚ ਵੀ ਹੈ। ਤੇ ਲਿਖੀ ਕਿਹਨੇ ਹੈ, ਕ੍ਰਿਕਟ ਜਰਨਲਿਸਟ ਆ ਆਰ ਕੌਸ਼ਿਕ। ਯਾਦ ਰੱਖਿਓ ਆਰ ਕੌਸ਼ਿਕ ਨੇ ਲਿਖੀ ਹੈ, ਰਵੀ ਸ਼ਾਸਤਰੀ ਨੇ ਨਹੀਂ ਲਿਖੀ। ਸੋ ਇਹ ਕਿਤਾਬ ਦਾ ਨਾਮ ਹੈ, ਇੰਪੋਰਟੈਂਟ ਹੈ, ਯਾਦ ਰੱਖਣਾ ਇਸ ਚੀਜ਼ ਨੂੰ। ਆਰ ਕੌਸ਼ਿਕ ਦੁਆਰਾ ਲਿਖੀ ਗਈ ਹੈ, ਲਾਂਚ ਕੀਤੀ ਗਈ ਹੈ ਰਵੀ ਸ਼ਾਸਤਰੀ ਦੁਆਰਾ। ਸੋ ਇਸ ਤੋਂ ਬਾਅਦ ਅੱਗੇ ਆ ਜਾਂਦੇ ਆ ਜੀ ਨੈਕਸਟ ਟੌਪਿਕ ਦੇ ਉੱਤੇ। ਨੈਕਸਟ ਇੰਪੋਰਟੈਂਟ ਟੌਪਿਕ ਹੈ ਲੀਫ ਨੋਜ਼ਡ ਬੈਟ। ਇੱਕ ਕੋਲਾਰ ਜਗ੍ਹਾ ਹੈ ਕਰਨਾਟਕਾ ਦੇ ਵਿੱਚ। ਤੁਸੀਂ ਬਹੁਤ ਲੋਕਾਂ ਨੇ KGF ਮੂਵੀ ਦੇਖੀ ਹੋਣੀ ਹੈ। KGF ਦਾ ਫੁੱਲ ਫਾਰਮ ਹੁੰਦਾ ਹੈ ਕੋਲਾਰ ਗੋਲਡ ਫੀਲਡਸ। ਠੀਕ ਹੈ, ਤਾਂ ਤੁਹਾਨੂੰ ਕੋਲਾਰ ਵਰਡ ਯਾਦ ਰਹਿਣਾ ਚਾਹੀਦਾ। ਕੋਲਾਰ ਦਾ ਮਤਲਬ ਕੀ ਹੈ, ਕੋਲਾਰ ਇੱਕ ਡਿਸਟ੍ਰਿਕਟ ਹੈ ਕਰਨਾਟਕਾ ਦਾ। ਉੱਥੇ ਕੀ ਹੈ, ਕੋਲਾਰ ਦੇ ਵਿੱਚ ਲੀਫ ਨੋਜ਼ਡ ਬੈਟ ਮਿਲਿਆ ਹੈ ਵਿਚ ਇਜ਼ ਯੂਜੂਅਲੀ ਫਾਊਂਡ ਇਨ ਓਨਲੀ 2 caves ਇਨ ਹਨੂਮਾਨ ਹਲੀ ਵਿਲੇਜ ਇਨ ਕੋਲਾਰ ਡਿਸਟ੍ਰਿਕਟ। ਠੀਕ ਹੈ, ਉਸ ਤੋਂ ਬਾਅਦ ਅਗਲੀ ਇੰਪੋਰਟੈਂਟ ਨਿਊਜ਼ ਕਿਉਂ ਹੈ, ਬੈਟ ਕਿਉਂ ਨਿਊਜ਼ 'ਚ ਹੈ। ਬੈਟ ਦਾ ਮਤਲਬ ਚਮਗਾਦੜ। ਦਾ ਬੈਟ ਬਿਕੇਮ ਐਕਸਟਿੰਕਟ ਇਨ ਵਨ ਆਫ ਦਾ 2 caves। ਇੱਕ ਕੇਵ ਦੇ ਵਿੱਚ ਇਹ ਬਿਲਕੁਲ ਹੀ ਐਕਸਟਿੰਕਟ ਹੋ ਗਿਆ ਸੀਗਾ, ਖਤਮ ਹੋ ਚੁੱਕਿਆ ਸੀਗਾ। ਉਸ ਤੋਂ ਬਾਅਦ ਹੁਣ ਕੀ ਹੈ, ਕਰਨਾਟਕਾ ਦੇ ਫੋਰੈਸਟ ਡਿਪਾਰਟਮੈਂਟ ਨੇ ਇਹਦੀ ਕੰਜ਼ਰਵੇਸ਼ਨ ਦੇ ਲਈ ਅਲੱਗ-ਅਲੱਗ ਮੈਥਡਸ ਯੂਜ਼ ਕਰਨੇ ਸ਼ੁਰੂ ਕਰੇ ਆ, ਮੈਜਰਸ ਲੈਣੇ ਸ਼ੁਰੂ ਕਰੇ ਆ। ਸੋ ਦੈਟਸ ਵਾਈ ਲੀਫ ਨੋਜ਼ਡ ਬੈਟ ਨਿਊਜ਼ 'ਚ ਹੈ। ਜੇ ਤੁਹਾਨੂੰ ਆਵੇ ਲੀਫ ਨੋਜ਼ਡ ਬੈਟ ਕਿੱਥੇ ਮਿਲਦਾ ਤਾਂ ਤੁਸੀਂ ਮਾਰਕ ਕਰ ਸਕਦੇ ਹੋ, ਕੋਲਾਰ ਡਿਸਟ੍ਰਿਕਟ ਆਫ ਕਰਨਾਟਕਾ। ਨੈਕਸਟ ਇੰਪੋਰਟੈਂਟ ਪੁਆਇੰਟ ਹੈ ਨੈਸ਼ਨਲ ਵੋਟਰਸ ਡੇ। ਕਦੋਂ ਮਨਾਇਆ ਜਾਂਦਾ ਹੈ, ਯਾਦ ਰੱਖਿਓ 25 ਜਨਵਰੀ ਨੂੰ ਨੈਸ਼ਨਲ ਵੋਟਰ ਡੇ ਮਨਾਇਆ ਗਿਆ ਹੈ। ਇਸ ਵਾਰ ਦਾ ਥੀਮ ਕੀ ਸੀਗਾ, ਮੇਕਿੰਗ ਆਰ ਵੋਟਰਸ ਐਮਪਾਵਰਡ, ਵਿਜੀਲੈਂਟ, ਸੇਫ ਐਂਡ ਇਨਫੋਰਮਡ। ਸੋ ਇਹ ਸਾਡਾ ਇਸ ਵਾਰ ਦਾ ਥੀਮ ਸੀਗਾ, ਇਹਨੂੰ ਯਾਦ ਰੱਖਿਓ। ਇਸ ਤੋਂ ਅਗਲੀ ਚੀਜ਼ ਜਿਹੜੀ ਇੰਪੋਰਟੈਂਟ ਹੈ ਉਹ ਹੈ ਨੰਦਨ ਨੀਲੇਕਨੀ ਕਮੇਟੀ।
ਨੰਦਨ ਨੀਲੇਕਨੀ ਕਮੇਟੀ ਕਿਹੜੀ ਆ? ਇਹ ਕਮੇਟੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਬਣਾਈ ਸੀਗੀ। ਇਸ ਕਮੇਟੀ ਦਾ ਕੰਮ ਸੀਗਾ ਡਿਜੀਟਲ ਪੇਮੈਂਟਸ ਆ ਜਿਹੜੀਆਂ ਉਹਨੂੰ ਸਟਰੈਂਥਨ ਕਿਵੇਂ ਕਰ ਸਕਦੇ ਹਾਂ। ਅਸੀਂ ਜਿਹੜੀਆਂ ਅੱਜ ਕੱਲ੍ਹ ਡਿਜੀਟਲ ਪੇਮੈਂਟਸ ਕਰਦੇ ਹਾਂ, ਜਿੱਥੇ ਅਸੀਂ ਕੈਸ਼ ਨਹੀਂ ਯੂਜ਼ ਕਰਦੇ, ਫਿਜ਼ੀਕਲ ਕੈਸ਼ ਨਹੀਂ ਯੂਜ਼ ਹੁੰਦਾ, ਅਸੀਂ ਆਨਲਾਈਨ ਪੇਮੈਂਟਸ ਕਰਦੇ ਹਾਂ, ਉਹਨੂੰ ਕਹਿੰਦੇ ਆ ਡਿਜੀਟਲ ਪੇਮੈਂਟਸ। ਉਸ ਚੀਜ਼ ਨੂੰ ਆਪਾਂ ਕਿਵੇਂ ਸਟਰੈਂਥਨ ਕਰ ਸਕਦੇ ਹਾਂ, ਕਿਵੇਂ ਵਧਾ ਸਕਦੇ ਹਾਂ, ਚੰਗਾ ਕਿਵੇਂ ਕਰ ਸਕਦੇ ਹਾਂ, ਉਸ ਚੀਜ਼ ਦੇ ਉੱਤੇ ਨੰਦਨ ਜਿਹਦੀ ਕਮੇਟੀ ਨੂੰ ਬਣਾਇਆ ਗਿਆ, ਨੰਦਨ ਨੀਲੇਕਨੀ ਉਸ ਕਮੇਟੀ ਦੇ ਪ੍ਰਧਾਨ ਸੀਗੇ। ਇਹਨਾਂ ਨੇ ਮੈਜਰਸ ਦੱਸਣੇ ਸੀਗੇ ਅਸੀਂ ਕਿਵੇਂ ਇੰਪਰੂਵ ਕਰ ਸਕਦੇ ਹਾਂ। ਇਹਨਾਂ ਨੇ ਇੱਕ ਬਹੁਤ ਹੀ ਵਧੀਆ ਆਈਡੀਆ ਦਿੱਤਾ ਹੈ, ਉਹ ਆਈਡੀਆ ਦਾ ਨਾਮ ਹੈ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ। ਸੋ ਇਹ ਤੁਸੀਂ ਯਾਦ ਰੱਖਿਓ ਕਿ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਹੈ ਜਿਹੜਾ, ਇਹ ਆਈਡੀਆ ਕਿਹਨੇ ਦਿੱਤਾ ਹੈ। ਇਹ ਜਿਵੇਂ ਆਪਾਂ ਕਈ ਵਾਰੀ ਕਈ ਲੋਕਾਂ ਨੂੰ ਇਸ ਚੀਜ਼ ਦਾ ਐਕਸਪੀਰੀਅੰਸ ਹੋਣਾ ਹੈ ਕਿ ਦਿੱਲੀ ਦੇ ਵਿੱਚ ਮੈਟਰੋ ਕਾਰਡ ਬਣਦੇ ਆ, ਉਹ ਮੈਟਰੋ ਕਾਰਡ ਦੇ ਟਾਈਪ ਹੀ ਇਹ ਇੱਕ ਤਰ੍ਹਾਂ ਦਾ ਕਾਰਡ ਬਣੂਗਾ ਜਿਸ ਦੇ ਥਰੂ ਕਾਮਨ ਪੇਮੈਂਟ ਸਾਰੇ ਪਾਸੇ ਅਸੈਪਟ ਕੀਤੀਆਂ ਜਾਣਗੀਆਂ। ਸੋ ਤਾਂ ਇਹਨੂੰ ਨਾਮ ਦਿੱਤਾ ਗਿਆ ਹੈ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ। ਇਹ ਕਿਹਨੇ ਰეკਮੈਂਡ ਕੀਤਾ ਹੈ? ਨੰਦਨ ਨੀਲੇਕਨੀ ਕਮੇਟੀ ਨੇ। ਠੀਕ ਹੈ, ਇਹ ਯਾਦ ਰੱਖਿਓ। ਇਸ ਤੋਂ ਅਗਲਾ ਟੌਪਿਕ ਹੈ ਆਪਣਾ ਡਿਜੀਟਲ ਓਸ਼ੀਅਨ। ਡਿਜੀਟਲ ਓਸ਼ੀਅਨ ਕੀ ਹੈ? ਇੱਕ ਸਾਡੀ INCOIS ਜਿਸ ਦੀ ਫੁੱਲ ਫਾਰਮ ਹੈ ਇੰਡੀਅਨ ਨੈਸ਼ਨਲ ਸੈਂਟਰ ਫॉर ਓਸ਼ੀਅਨ ਇਨਫੋਰਮੇਸ਼ਨ ਸਰਵਿਸਿਜ਼। ਇਹ ਆਟੋਨੋਮਸ ਬੋਡੀ ਹੈ, ਕਿਹੜੀ ਮਿਨਿਸਟਰੀ ਦੇ ਅੰਡਰ? ਮਿਨਿਸਟਰੀ ਆਫ ਅਰਥ ਸਾਇੰਸ ਦੇ ਅੰਡਰ। ਇਹਨਾਂ ਨੇ ਵੈਬ ਬੇਸਡ ਐਪਲੀਕੇਸ਼ਨ ਬਣਾਇਆ ਹੈ ਜਿਹੜਾ ਕਿ ਉਹ ਇੰਡੀਅਨ ਓਸ਼ੀਅਨ ਦਾ ਜਿਹੜਾ ਡਾਟਾ ਹੈ ਉਸ ਨੂੰ ਮੈਨੇਜ ਕਰਨੇ ਦੇ ਲਈ। ਨੇਮਡ ਡਿਜੀਟਲ ਓਸ਼ੀਅਨ ਦਾ ਪਲੇਟਫਾਰਮ ਏਮਸ ਟੂ ਸ਼ੇਅਰ ਇਨਫੋਰਮੇਸ਼ਨ ਆਫ ਮਰੀਨ ਡਾਟਾ ਐਂਡ ਫੋਰਕਾਸਟ ਸਰਵਿਸਿਜ਼। ਕੀ ਕਰੂੰਗੇ? ਮਰੀਨ ਡਾਟਾ ਮਤਲਬ ਕਿ ਸਮੁੰਦਰ ਨਾਲ ਰਿਲੇਟਡ ਜਿੰਨਾ ਵੀ ਉਹਨਾਂ ਦਾ ਡਾਟਾ ਹੈ, ਇਨਫੋਰਮੇਸ਼ਨ ਹੈ ਕੋਈ ਰਿਸਰਚ ਦਾ, ਉਹ ਡਾਟਾ, ਤੇ ਫੋਰਕਾਸਟ ਮਤਲਬ ਕਿ ਭਵਿੱਖ ਦੇ ਵਿੱਚ ਭਵਿੱਖਬਾਣੀ ਕਰਨੀ ਆ ਕਿ ਕਿਵੇਂ ਦਾ ਵਾਤਾਵਰਣ ਰਹੂਗਾ ਜਾਂ ਕਿਵੇਂ ਦੇ ਹਾਲਾਤ ਰਹਿਣਗੇ ਸਮੁੰਦਰ ਦੇ ਵਿੱਚ। ਤਾਂ ਉਸ ਚੀਜ਼ ਨੂੰ ਮੈਨੇਜ ਕਰਨ ਦੇ ਲਈ ਇਹ ਪਲੇਟਫਾਰਮ ਹੈ ਜਿਹੜਾ ਉਸ ਡੇਟਾ ਨੂੰ, ਇਨਫੋਰਮੇਸ਼ਨ ਨੂੰ ਕਲੈਕਟ ਕਰੂੰਗਾ ਤੇ ਇੱਥੇ ਤੁਹਾਨੂੰ ਉਸ ਦੀ ਇਨਫੋਰਮੇਸ਼ਨ ਮਿਲਿਆ ਕਰੂਗੀ। ਦਾ ਪਲੇਟਫਾਰਮ ਪ੍ਰੋਵਾਈਡਸ ਡੇਟਾ for several sectors like research institution, academic community, maritime industry and the public। ਇਹ ਸਾਰੇ ਜਿਹੜੇ ਰਿਸਰਚ ਇੰਸਟੀਟਿਊਸ਼ਨ ਇਹ ਡੇਟਾ ਨੂੰ ਹੁਣ ਯੂਜ਼ ਕਰ ਸਕਦੇ ਆ ਤੇ ਇਸ ਡੇਟਾ ਦੇ ਉੱਤੇ ਕੰਮ ਕਰ ਸਕਦੇ ਆ। ਸੋ ਇਹ ਸੀਗੇ ਕੁਝ ਫੈਕਚੁਅਲ ਇਨਫੋਰਮੇਸ਼ਨਸ। ਤੇ ਇਸ ਤੋਂ ਇਲਾਵਾ ਕੁਝ ਇੰਪੋਰਟੈਂਟ ਟੌਪਿਕ ਜਿਹੜੇ ਸਾਡੇ ਇਸ ਵੀਡੀਓ ਦੇ ਵਿੱਚ ਮੈਂ ਕਵਰ ਕਰਨਾ ਚਾਹੁੰਦਾ ਉਹ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਤੁਸੀਂ ਦੇਖ ਪਾ ਰਹੇ ਹੋ। ਕਰਪਸ਼ਨ ਪਰਸੈਪਸ਼ਨਸ ਇੰਡੈਕਸ। ਇਹ ਇੰਡੈਕਸ ਹੁਣੇ ਹਾਲ ਹੀ ਦੇ ਵਿੱਚ ਜਨਵਰੀ ਦੇ ਵਿੱਚ ਲਾਂਚ ਹੋਇਆ ਸੀਗਾ। ਇਹ ਇੰਡੈਕਸ ਕਿਹਨੇ ਕੱਢਿਆ? ਇਟ ਇਜ਼ ਰਿਲੀਜ਼ਡ ਬਾਈ ਟਰਾਂਸਪੇਰੈਂਸੀ ਇੰਟਰਨੈਸ਼ਨਲ। ਯਾਦ ਰੱਖਿਓ ਇਹ ਨਾਮ, ਕਰਪਸ਼ਨ ਪਰਸੈਪਸ਼ਨ ਇੰਡੈਕਸ ਕੌਣ ਕੱਢਦਾ ਹੈ? ਟਰਾਂਸਪੇਰੈਂਸੀ ਇੰਟਰਨੈਸ਼ਨਲ। ਹਾਊ ਆਰ ਦਾ ਕੰਟਰੀਜ਼ ਰੈਂਕਡ? ਕੰਟਰੀ ਨੂੰ ਕਿਵੇਂ ਰੈਂਕ ਕੀਤਾ ਜਾਂਦਾ ਹੈ? ਇਸ ਇੰਡੈਕਸ ਦੇ ਵਿੱਚ 180 ਕੰਟਰੀਆਂ ਜਾਂ ਟੈਰੀਟਰੀਜ਼ ਹੈ ਜਿਨ੍ਹਾਂ ਨੂੰ ਕੀ ਰੈਂਕਿੰਗ ਦਿੱਤੀ ਜਾਂਦੀ ਹੈ ਔਨ ਦਾ ਬੇਸਿਸ ਆਫ ਪਬਲਿਕ ਸੈਕਟਰ ਕਰਪਸ਼ਨ। ਠੀਕ ਹੈ, ਪਬਲਿਕ ਸੈਕਟਰ ਦੇ ਵਿੱਚ ਜਿਹੜੇ ਕਿ ਸਰਕਾਰੀ ਅਦਾਰੇ ਆ ਉਹਨਾਂ ਦੇ ਵਿੱਚ ਕਿੰਨੀ ਕੁ ਜ਼ਿਆਦਾ ਕਰਪਸ਼ਨ ਹੈ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਲਕੂਲੇਟ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਰੈਂਕਿੰਗ ਦਿੱਤੀ ਜਾਂਦੀ ਹੈ। 100 ਦਾ ਸਕੇਲ ਹੈ, ਪੂਰਾ 0 ਤੋਂ 100 ਤੱਕ ਨੰਬਰ ਦਿੱਤੇ ਜਾਂਦੇ ਆ। ਜੇ ਕਿਸੇ ਕੰਟਰੀ ਨੂੰ 0 ਮਿਲੇ ਤਾਂ ਇਹਦਾ ਮਤਲਬ ਉਹ ਬਹੁਤ ਹਾਈਲੀ ਕਰਪਟ ਹੈ। ਜੇ ਕਿਸੇ ਨੂੰ 100 ਮਿਲੇ ਉਹ ਤਾਂ ਬਿਲਕੁਲ ਕਲੀਨ ਹੈ, ਵੈਰੀ ਕਲੀਨ, ਉੱਥੇ ਕੋਈ ਵੀ ਟਾਈਪ ਦੀ ਕਰਪਸ਼ਨ ਨਹੀਂ ਹੈ। ਸੋ ਟਰਾਂਸਪੇਰੈਂਸੀ ਇੰਟਰਨੈਸ਼ਨਲ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ। ਟਰਾਂਸਪੇਰੈਂਸੀ ਇੰਟਰਨੈਸ਼ਨਲ ਇਜ਼ ਅ ਗਲੋਬਲ ਮੂਵਮੈਂਟ ਵਰਕਿੰਗ ਇਨ ਓਵਰ 100 ਕੰਟਰੀਜ਼ ਟੂ ਐਂਡ ਇਨਜਸਟਿਸ ਆਫ ਕਰਪਸ਼ਨ। ਕਰਪਸ਼ਨ ਨੂੰ ਖਤਮ ਕਰਨ ਦੇ ਉੱਤੇ ਇਹ ਕੰਮ ਕਰਦੀ ਆ। ਇਹ 1993 ਦੇ ਵਿੱਚ ਸ਼ੁਰੂ ਹੋਈ ਸੀਗੀ ਤੇ ਇਹਦਾ ਬੇਸ ਕਿੱਥੇ ਆ? ਬਰਲਿਨ ਦੇ ਵਿੱਚ ਇਹ ਬੇਸਡ ਹੈ। ਤੁਹਾਨੂੰ ਇਸ ਦੇ ਬਾਰੇ ਕੰਪਲੀਟ ਇਨਫੋਰਮੇਸ਼ਨ ਮਿਲ ਚੁੱਕੀ ਹੈ ਕਿ ਕਰਪਸ਼ਨ ਪਰਸੈਪਸ਼ਨ ਇੰਡੈਕਸ ਕੀ ਹੁੰਦਾ ਹੈ। ਕੁਐਸਚਨ ਤੁਹਾਨੂੰ ਆ ਸਕਦਾ ਕਿ ਕੌਣ ਜਾਰੀ ਕਰਦਾ ਹੈ ਕਰਪਸ਼ਨ ਪਰਸੈਪਸ਼ਨ ਇੰਡੈਕਸ? ਤਾਂ ਤੁਹਾਡੇ ਕੋਲੇ ਕੀ ਹੈ ਇਸ ਚੀਜ਼ ਦਾ ਆਨਸਰ ਕੀ ਹੈ? ਕਰਪਸ਼ਨ ਪਰਸੈਪਸ਼ਨ ਇੰਡੈਕਸ ਜਾਰੀ ਕਰਦਾ ਹੈ ਟਰਾਂਸਪੇਰੈਂਸੀ ਇੰਟਰਨੈਸ਼ਨਲ। ਇਸ ਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਜਿਹੜੀ ਤੁਸੀਂ ਯਾਦ ਰੱਖਣੀ ਹੈ ਕਿ ਇੰਡੀਆ ਦਾ ਇਸ ਦੇ ਵਿੱਚ ਇਸ ਸਾਲ ਦਾ ਰੈਂਕ ਕਿੰਨਾ ਹੈ। ਤਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਪਾ ਰਹੇ ਹੋ ਇੰਡੀਆਜ਼ ਰੈਂਕ ਇਜ਼ 86 ਆਊਟ ਆਫ 180 ਨੇਸ਼ਨਸ ਵਿਦ ਅ ਸਕੋਰ ਆਫ 40। ਤਾਂ ਇੰਡੀਆ ਦਾ ਰੈਂਕ ਹੈ ਜਿਹੜਾ ਉਹ 86 ਰੈਂਕ ਹੈ ਤੇ ਸਕੋਰ ਕਿੰਨਾ ਹੈ? 40। ਮੈਂ ਤੁਹਾਨੂੰ ਦੱਸਿਆ ਸੀਗਾ 100 0 ਤੋਂ ਲੈ ਕੇ 100 ਦਾ ਸਕੋਰ ਹੁੰਦਾ ਹੈ। 0 ਵਾਲੇ ਵੈਰੀ ਕਰਪਟ, ਬਿਲਕੁਲ ਕਰਪਟ ਸਿਸਟਮ, ਤੇ 100 ਵਾਲੇ ਕਲੀਨ ਸਿਸਟਮ। ਇੰਡੀਆ ਦਾ ਰੈਂਕ ਹੈ 86। ਸੋ ਯਾਦ ਰੱਖਿਓ ਪੇਪਰ ਦੇ ਵਿੱਚ ਜੇ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਇੰਡੀਆ ਦਾ ਰੈਂਕ ਕਿੰਨਾ ਹੈ ਤਾਂ 86। ਇੰਡੀਆ ਦਾ ਸਕੋਰ ਕਿੰਨਾ ਹੈ ਤਾਂ 40। ਕੌਣ ਇੰਡੈਕਸ ਨੂੰ ਜਾਰੀ ਕਰਦਾ ਹੈ ਤਾਂ ਟਰਾਂਸਪੇਰੈਂਸੀ ਇੰਟਰਨੈਸ਼ਨਲ। ਚਲੋ ਨੈਕਸਟ ਨਿਊਜ਼ ਦੇ ਉੱਤੇ ਆ ਜਾਂਦੇ ਆ। ਨੈਕਸਟ ਨਿਊਜ਼ ਆ ਸਾਡੇ ਕੋਲੇ ਲਾਅ ਕਮਿਸ਼ਨ। Supreme Court has asked the Home and Law Ministries to explain the nearly 3-year-long lapse in making appointments to the Law Commission। ਲਾਅ ਕਮਿਸ਼ਨ ਦੇ ਵਿੱਚ 3 ਸਾਲ ਤੋਂ ਜ਼ਿਆਦਾ ਟਾਈਮ ਨਿਕਲ ਚੁੱਕਿਆ ਹੈ ਕਿ ਲਾਅ ਕਮਿਸ਼ਨ ਦੇ ਵਿੱਚ ਅਪੁਆਇੰਟਮੈਂਟਸ ਨਹੀਂ ਹੋਈਆਂ, ਇਸ ਲਈ ਇਹ ਨਿਊਜ਼ ਦੇ ਵਿੱਚ ਸੀਗਾ ਤੁਹਾਡਾ ਲਾਅ ਕਮਿਸ਼ਨ। ਲਾਅ ਕਮਿਸ਼ਨ ਹੈ ਕੀ ਆ?
ਲਾਅ ਕਮਿਸ਼ਨ ਇੱਕ ਨਾਨ ਸਟੈਚੂਟਰੀ ਬਾਡੀ ਆ। ਨਾਨ ਸਟੈਚੂਟਰੀ ਬਾਡੀ ਦਾ ਮਤਲਬ ਹੁੰਦਾ ਜਿਹੜੀ ਕਿਸੇ ਲਾਅ ਦੇ ਅਧੀਨ ਨਹੀਂ ਬਣੀ ਹੋਈ, ਜਿਹਦੇ ਪਿੱਛੇ ਕੋਈ ਵੀ ਲਾਅ ਨਹੀਂ ਹੈ, ਤੇ ਗਵਰਨਮੈਂਟ ਆਫ ਇੰਡੀਆ ਦੁਆਰਾ ਇਹ ਸਟੈਬਲਿਸ਼ ਕੀਤਾ ਜਾਂਦਾ ਹੈ। ਸਿਰਫ ਕਨਵੈਨਸ਼ਨ ਹੈ ਇੱਕ ਤਰ੍ਹਾਂ ਦਾ। ਦਾ ਕਮਿਸ਼ਨ ਵਾਜ਼ ਓਰੀਜਨਲੀ ਕਨਸਟੀਟਿਊਟਡ ਇਨ 1955 1955 ਦੇ ਵਿੱਚ ਇਹ ਬਣਿਆ ਸੀਗਾ, ਤੇ ਹਰ 3 ਸਾਲ ਬਾਅਦ ਇਹਦਾ ਦੁਬਾਰਾ ਗਠਨ ਹੁੰਦਾ ਰਹਿੰਦਾ ਹੈ। 3 ਸਾਲ ਬਾਅਦ ਮੈਂਬਰਸ ਚੇਂਜ ਹੋ ਜਾਂਦੇ ਆ, ਨਵਾਂ ਕਮਿਸ਼ਨ ਆ ਜਾਂਦਾ ਹੈ, ਨਵਾਂ ਪ੍ਰਧਾਨ ਚੁਣਿਆ ਜਾਂਦਾ ਹੈ, ਤੇ ਹਰ 3 ਸਾਲ ਬਾਅਦ ਇਹ ਚੇਂਜ ਹੁੰਦਾ ਰਹਿੰਦਾ ਹੈ। ਇਹ ਇੱਕ ਤਰ੍ਹਾਂ ਦਾ ਕੀ ਹੈ, ਸਿਰਫ ਔਰ ਸਿਰਫ ਐਡਵਾਈਜ਼ਰੀ ਬਾਡੀ ਹੈ। ਐਡਵਾਈਸ ਕਿਹਨੂੰ ਦੇਣੀ ਹੈ? ਸਲਾਹਕਾਰ ਬਾਡੀ ਹੈ, ਸਿਰਫ ਸਲਾਹ ਦੇਣੀ ਹੈ ਇਸ ਚੀਜ਼ ਨੇ। ਤਾਂ ਕਿਹਨੂੰ ਸਲਾਹ ਦੇਣੀ ਹੈ? ਮਿਨਿਸਟਰੀ ਆਫ ਲਾਅ ਐਂਡ ਜਸਟਿਸ। ਇਹ ਕਿਹੜੀ ਚੀਜ਼ ਦੇ ਉੱਤੇ ਸਲਾਹ ਦਿੰਦੇ ਆ ਕਿ ਕਿਹੜਾ ਲਾਅ ਸਹੀ ਕੰਮ ਕਰ ਰਿਹਾ ਹੈ, ਕਿਹੜਾ ਲਾਅ ਗਲਤ ਕੰਮ ਕਰ ਰਿਹਾ ਹੈ, ਕਿਵੇਂ ਦੇ ਚੇਂਜ ਕਰਨੇ ਚਾਹੀਦੇ ਆ ਲਾਅਜ਼। ਇਹ ਸਾਰੀ ਸਲਾਹ ਕੌਣ ਦਿੰਦਾ ਹੈ? ਲਾਅ ਕਮਿਸ਼ਨ। ਪਹਿਲਾ ਲਾਅ ਕਮਿਸ਼ਨ ਕਦੋਂ ਬਣਿਆ ਸੀਗਾ? ਸਭ ਤੋਂ ਪਹਿਲਾ ਲਾਅ ਕਮਿਸ਼ਨ ਬਣਿਆ ਸੀਗਾ 1834 ਦੇ ਵਿੱਚ। ਚਾਰਟਰ ਐਕਟ 1833 ਸਟੱਡੀ ਕਰਿਓ ਤਾਂ ਉਸ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਲਾਰਡ ਮੈਕਿਓਲੇ ਨਾਮ ਦੀ ਇੱਕ ਕਮੇਟੀ ਬਣਾਈ ਗਈ ਸੀਗੀ। ਲਾਰਡ ਮੈਕਿਓਲੇ ਨੇ ਕੀ ਕੀਤਾ ਸੀਗਾ? ਫਿਰ ਲਾਅ ਕਮਿਸ਼ਨ ਪਹਿਲਾਂ ਜਿਹੜਾ ਬਣਿਆ ਸੀਗਾ ਉਸ ਦੀ ਪ੍ਰਧਾਨਗੀ ਕੀਤੀ ਸੀਗੀ, ਅਤੇ ਇੰਡੀਆ ਦੇ ਕਿਵੇਂ ਦੇ ਲਾਅਜ਼ ਹੋਣਗੇ ਉਸ ਚੀਜ਼ ਨੂੰ ਡਿਫਾਈਨ ਕੀਤਾ ਸੀਗਾ, ਉਸ ਚੀਜ਼ ਨੂੰ ਪੂਰਾ ਕੰਪਲੀਟ ਚਾਰਟ ਆਊਟ ਕੀਤਾ ਸੀਗਾ। ਸੋ ਦਾ ਫਸਟ ਲਾਅ ਕਮਿਸ਼ਨ ਆਫ ਇੰਡੀਪੈਂਡੈਂਟ ਇੰਡੀਆ ਵਾਜ਼ ਐਸਟੈਬਲਿਸ਼ਡ ਇਨ 1955। ਆਜ਼ਾਦ ਭਾਰਤ ਦਾ ਪਹਿਲਾ ਲਾਅ ਕਮਿਸ਼ਨ ਕਦੋਂ ਬਣਿਆ? 1955 ਦੇ ਵਿੱਚ, ਅੰਡਰ ਦਾ ਚੇਅਰਮੈਨਸ਼ਿਪ ਆਫ ਅਟਾਰਨੀ ਜਨਰਲ ਆਫ ਇੰਡੀਆ। ਅਟਾਰਨੀ ਜਨਰਲ ਆਫ ਇੰਡੀਆ ਉਸ ਟਾਈਮ ਦੇ ਉੱਤੇ ਜਿਹੜੇ ਸੀਗੇ MC ਸੀਤਲਵਾਦ, ਇਹਨਾਂ ਦੀ ਚੇਅਰਮੈਨਸ਼ਿਪ ਦੇ ਅੰਡਰ ਪਹਿਲਾ ਲਾਅ ਕਮਿਸ਼ਨ ਆ ਜਿਹੜਾ ਉਹ ਇੰਡੀਆ ਦਾ 1955 ਦੇ ਵਿੱਚ ਸਥਾਪਿਤ ਹੋਇਆ ਸੀਗਾ। ਸੋ ਇਹ ਸੀਗੇ ਅੱਜ ਦੇ ਸਾਡੇ ਇੰਪੋਰਟੈਂਟ ਕਰੰਟ ਅਫੇਅਰਸ ਸਾਰੇ, ਜਿੰਨੇ ਵੀ ਆਪਾਂ ਨੇ ਡਿਸਕਸ ਕੀਤੇ ਆ। ਆਪਾਂ ਨੇ ਪੋਲਿਟੀ ਦੇ ਜਨਵਰੀ ਮਹੀਨੇ ਦੇ ਇੰਪੋਰਟੈਂਟ ਕਰੰਟ ਅਫੇਅਰ ਸਾਰੇ ਡਿਸਕਸ ਕਰ ਲਏ ਆ। ਕੁਝ ਫੈਕਚੁਅਲ ਇਨਫੋਰਮੇਸ਼ਨ ਵਾਲੇ ਕਰੰਟ ਅਫੇਅਰਸ ਵੀ ਮੈਂ ਡਿਸਕਸ ਕੀਤੇ ਆ। ਸੋ ਮੇਰੀ ਸਕੀਮ ਇੱਦਾਂ ਹੀ ਰਹੇਗੀ ਡਿਸਕਸ ਕਰਨੇ ਦੀ ਕਿ ਮੈਂ ਤੁਹਾਨੂੰ ਵਿੱਚ ਵਾਲੇ ਫੈਕਚੁਅਲ ਇਨਫੋਰਮੇਸ਼ਨ ਵਾਲੇ ਜਿਹੜੇ 1 ਲਾਈਨਰ ਟਾਈਪ ਹੁੰਦੇ ਆ ਯਾਦ ਕਰਨੇ ਵਾਲੇ, ਉਹ ਵੀ ਵਿੱਚ ਤੁਹਾਨੂੰ ਦੱਸਦਾ ਰਹਾਂਗਾ ਜਿਹੜੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ। ਸੋ ਤੁਸੀਂ ਜੇਕਰ ਇਹਦੀ PDF ਫਾਈਲ ਡਾਊਨਲੋਡ ਕਰਨੀ ਚਾਹੁੰਦੇ ਹੋ ਤਾਂ ਮੇਰੇ ਇੰਸਟਾਗ੍ਰਾਮ ਚੈਨਲ ਦੇ ਉੱਤੇ ਵਿਜ਼ਿਟ ਕਰਿਓ। ਕੌਸ ਅਕੈਡਮੀ ਚੈਨਲ ਹੈ ਇੰਸਟਾਗ੍ਰਾਮ ਦੇ ਉੱਤੇ ਅਕਾਊਂਟ ਹੈ, ਤੁਸੀਂ ਉਹਨੂੰ ਵਿਜ਼ਿਟ ਕਰਿਓ। ਮੈਂ ਉੱਥੇ ਇਸ ਚੀਜ਼ ਦਾ ਲਿੰਕ ਸ਼ੇਅਰ ਕਰ ਦੂੰਗਾ ਤੇ ਉੱਥੇ ਇਹਨੂੰ ਅਪਡੇਟ ਕਰ ਦੂੰਗਾ। ਫਿਰ ਤੁਹਾਨੂੰ ਇਸ ਚੀਜ਼ ਦੀ PDF ਵੀ ਮਿਲ ਜੂਗੀ ਤੇ ਤੁਸੀਂ ਇਹਨੂੰ ਰਿਵਾਈਜ਼ ਕਰਨੇ ਦੇ ਲਈ ਆਪਣੇ ਕੋਲੇ ਰੱਖ ਸਕਦੇ ਹੋ। ਤੇ ਮੇਰੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਅਗਲੀਆਂ ਵੀਡੀਓਜ਼ ਦੀ ਜਿਹੜੀ ਇੰਟੀਮੇਸ਼ਨ ਹੈ, ਉਹ ਨੋਟੀਫਿਕੇਸ਼ਨ ਹੈ, ਬਹੁਤ ਜਲਦੀ ਮਿਲ ਜਾਵੇ ਤੇ ਤੁਸੀਂ ਕੋਈ ਸਕਿਪ ਨਾ ਕਰੋ ਵੀਡੀਓ। ਮੇਰੇ ਕਰੰਟ ਅਫੇਅਰਸ ਦੀ ਵੀਡੀਓ ਇੱਦਾਂ ਹੀ ਆਉਂਦੀਆਂ ਰਹੂਗੀਆਂ ਤੇ ਕੰਪਲੀਟ ਆਪਣੇ ਪਿਛਲੇ 6 ਮਹੀਨੇ ਦੇ ਜਿਹੜੇ ਵੀ ਕਰੰਟ ਅਫੇਅਰ ਹੈ ਉਹ ਅਸੀਂ ਸਾਰੇ ਕਵਰ ਕਰਾਂਗੇ। ਸੋ ਆਈ ਥਿੰਕ ਅੱਜ ਦੀ ਵੀਡੀਓ ਸਫੀਸ਼ੀਐਂਟ ਆ। ਇਹ ਪੋਲਿਟੀ ਦੇ ਕਰੰਟ ਅਫੇਅਰਸ ਮੇਰੇ ਵੱਲੋਂ ਜਨਵਰੀ ਦੇ ਮਹੀਨੇ ਦੇ ਕਵਰ ਹੋ ਚੁੱਕੇ ਆ। ਸੋ ਇਸ ਚੀਜ਼ ਨੂੰ ਜਰੂਰ ਰਿਵਾਈਜ਼ ਕਰਿਓ। ਟਾਈਮ ਐਂਡ ਅਗੇਨ ਰਿਵਾਈਜ਼ ਕਰੋਗੇ ਤਾਂ ਚੀਜ਼ਾਂ ਯਾਦ ਹੋ ਜਾਊਗੀਆਂ। ਸੋ ਅੱਜ ਦੇ ਵੀਡੀਓ ਦੇ ਲਈ ਧੰਨਵਾਦ। ਅਗਲੇ ਵੀਡੀਓ ਦੇ ਵਿੱਚ ਜਰੂਰ ਜੁੜਿਓ। ਗੁੱਡ ਈਵਨਿੰਗ।